ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿਰਾਸਤੀ ਪੈੜਾਂ ਮੈਂ ਹਾਂ ਵਰੁਣ ਕੌਰ ਮਾਨ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਸੱਥਾਂ ਦੇ ਉੱਤੇ। ਕਹਿੰਦੇ ਨਾ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ, ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਸੋ ਬਹੁਤ ਸਾਰੀਆਂ ਚੀਜ਼ਾਂ ਨਿਕਲ ਗਈਆਂ ਵਕਤ ਦੇ ਨਾਲ, ਪਰ ਸੱਥਾਂ ਅਜੇ ਵੀ ਕੁਝ ਪਿੰਡਾਂ ਦੇ ਵਿੱਚ ਜਿਉਂਦੀਆਂ ਨੇ। ਹੋਰ ਵੀ ਕਿੰਨੇ ਸਾਰੇ ਸਵਾਲ ਸੱਥਾਂ ਨੂੰ ਲੈ ਕੇ, ਔਰ ਤੁਹਾਨੂੰ ਪਤਾ ਹੀ ਹੈ ਵਿਰਾਸਤੀ ਪੈੜਾਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੁੰਦੇ ਨੇ ਬਲਕਾਰ ਸਿੰਘ ਜੀ। हाँ जी, वरुण कौर मान जी, जिवें तुसीं दस्सिया विशा बड़ा ਰੌਚਕ ਆ, ਦਿਲਚਸਪ ਆ ਔਰ ਲੋਕ ਇਹਦੇ ਨਾਲ ਜੁੜਨਾ ਚਾਹੁੰਦੇ ਵੀ ਆ। ਫਿਲਹਾਲ ਜਿਹੜਾ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਸੱਥਾਂ ਨੇ ਪੰਜਾਬ ਦੇ ਕਲਚਰ 'ਚ ਇਸ ਵੇਲੇ ਬਿਲਕੁਲ ਰਚੀਆਂ ਮਿਚੀਆਂ, ਔਰ ਇਹ ਮਾਲਵੇ ਖਿੱਤੇ ਦੀ ਦੇਣ ਆ। ਮਾਲਵੇ ਦੇ ਏਰੀਆ 'ਚ ਅਜੇ ਵੀ ਸੱਥਾਂ ਲੱਗਦੀਆਂ। ਸੱਥਾਂ ਇਸ ਕਰਕੇ ਕਿ ਉੱਥੇ ਜਿਹੜੇ ਬੋਰਡ ਨੇ, ਬੋਰਡ ਦੀਆਂ ਛਾਵਾਂ ਦੇ ਥੱਲੇ ਜਦੋਂ ਥੜੇ ਬਣੇ ਆ, ਉਹਨਾਂ ਦੇ ਵਿੱਚ ਦੀਵਾਨ ਲੱਗੇ ਹੈਗੇ, ਉਹਦੇ 'ਚ ਲੱਕੜ ਦੇ ਬੈਂਚ ਲੱਗੇ ਆ, ਉਹਨਾਂ ਵਿੱਚ ਬਹਿ ਕੇ ਇਹ ਲੋਕ ਗੱਲਾਂ ਕਰਦੇ ਆ ਤੇ ਉਹਦੇ ਵਿੱਚ ਲੋਕਾਂ ਦੀ ਸਾਂਝ ਹੁੰਦੀ ਹੈ। ਸ਼ਰੀਕਾ ਭਾਈਚਾਰਾ ਵੀ ਬਹਿ ਕੇ ਇਕੱਠਾ ਗੱਲਾਂ ਕਰਦੇ ਆ। ਔਰ ਇਹਨੂੰ ਅਸੀਂ ਇਸ ਦੇ ਯੁੱਗ ਵਿੱਚ CCTV ਕੈਮਰੇ ਵੀ ਕਹਿੰਦੇ ਆ ਕਿ ਇਹਨਾਂ ਦੀ ਅੱਖ ਉਹਨਾਂ ਲੋਕਾਂ 'ਤੇ ਜਾਂਦੀ ਹੈ, ਕੌਣ ਕਿਹਦੇ ਘਰ ਆਇਆ, ਕੌਣ ਕਦੋਂ ਗਿਆ, ਔਰ ਪੰਜਾਬ ਦੇ ਪਿੰਡਾਂ 'ਚ ਇਸ ਵੇਲੇ ਕੀ ਹਾਲਤ ਆ। ਸਿਆਸਤ ਦੀਆਂ ਗੱਲਾਂ ਵੀ ਹੁੰਦੀਆਂ। ਕਈ ਲੋਕ ਪੜ੍ਹੇ ਲਿਖੇ ਵਿੱਚ ਆ ਗੱਲਾਂ ਕਰਦੇ ਕਿ ਵੀਟੋ ਪਾਵਰ ਕਿਹੜੇ ਕਿਹੜੇ ਦੇਸ਼ ਕੋ ਹੈਗਾ, ਰੂਸ ਇਸ ਵੇਲੇ ਕੀ ਕਰ ਰਿਹਾ, F-16 ਜਹਾਜ਼ ਕਿਹਨੇ ਦਿੱਤੇ, ਇੱਦਾਂ ਦੀ ਸਿਆਸਤ ਵੀ ਉੱਥੇ ਸਰਗਰਮ ਰਹਿੰਦੀ ਆ। ਔਰ ਇਹ ਕਲਚਰ ਪਾਕਿਸਤਾਨ ਦੇ ਪਿੰਡਾਂ ਵਿੱਚ ਵੀ ਅਜੇ ਚੱਲ ਰਿਹਾ, ਔਰ ਇਹਦੇ ਵਿੱਚ ਹਰਿਆਣਾ ਨਾਲ ਲੱਗਦਾ, ਉਹਦੇ ਵਿੱਚ ਚੱਲਦੇ ਨੇ ਲੋਕ। ਜਦੋਂ ਸੱਥ 'ਚ ਬੈਠੇ ਆ, ਨਾਲ ਨਾਲ ਉਹ ਹੁੱਕਾ ਪੀਣ ਦੇ ਬਹੁਤ ਸ਼ੌਕੀਨ ਆ, ਨਾਲ ਹੁੱਕਾ ਪੀਣ ਦੀਆਂ ਗੱਲਾਂ ਵੀ ਕਰਦੇ ਆ, ਔਰ ਉਹ ਸੱਥ ਦੀਆਂ ਜਿਹੜੀਆਂ ਗੱਲਾਂ ਵਾ ਸਾਰੇ ਪਿੰਡ ਵਿੱਚ ਚੱਲ ਜਾਂਦੀਆਂ, ਤੁਰੀਆਂ ਰਹਿੰਦੀਆਂ। ਔਰ ਇਹ ਵਹਿਣ ਬੜਾ ਵੱਡਾ ਅਤੇ ਡੂੰਘਾ ਦਰਿਆਵਾਂ ਵਰਗਾ ਵਹਿਣ ਆ, ਕਿਉਂਕਿ ਇਹਦੇ ਵਿੱਚ ਜਿੰਨੇ ਵੀ ਲੋਕ ਨੇ ਬੱਚੇ ਦੇ ਵਿੱਚ ਸ਼ਾਮਲ ਹੁੰਦੇ ਅਤੇ ਔਰਤਾਂ ਘੱਟ ਸ਼ਾਮਲ ਹੁੰਦੀਆਂ ਨਹੀਂ ਹੁੰਦੀਆਂ। ਇਹਦੇ ਵਿੱਚ ਬਜ਼ੁਰਗ ਲੋਕ ਹੈਗੇ ਆ, 18 ਸਾਲ ਤੋਂ ਉੱਪਰ ਦੇ ਲੋਕ ਜਿਹੜੇ ਬਜ਼ੁਰਗ ਆ। ਨੌਕਰੀ ਵਾਲੇ ਘੱਟ ਲੋਕ ਹੁੰਦੇ ਆ, ਰਿਟਾਇਰਡ ਫੌਜੀ, ਮਾਸਟਰ ਰਿਟਾਇਰਡ, ਇਹਦੇ ਵਿੱਚ ਜਿਹੜੇ ਬਾਹਰਲੇ ਦੇਸ਼ਾਂ 'ਚੋਂ ਆ ਜਾਂਦੇ ਛੱਡ ਕੇ ਉਹ। ਇਹ ਕਲਚਰ ਐਸਾ ਸਮਲਿਤ ਹੋ ਜਾਂਦਾ, ਇੰਨਾ ਸਾਂਝਾ ਹੁੰਦਾ ਕਿ ਕਿਸੇ ਨੇ ਬਾਹਰਲੇ ਕੈਨੇਡਾ ਦੀ ਗੱਲ ਕਰਨੀ ਹੈ, ਕਿਸੇ ਨੇ ਰੂਸ ਦੀ ਗੱਲ ਕਰਨੀ ਹੈ, ਕਿਸੇ ਨੇ ਜਰਮਨ ਦੀ, ਕਿਸੇ ਨੇ ਪੰਜਾਬ ਦੀ, ਕਿਸੇ ਨੇ ਹਰਿਆਣਾ ਦੀ, ਜਿੱਥੇ ਇੱਥੋਂ ਦੇ ਲੋਕ ਹੈਗੇ ਆ। ਔਰ ਸੱਥ ਦਾ ਜਿਹੜਾ ਵਿਸ਼ੇ ਆ ਸੁਣਨ ਵਾਲੀ ਗੱਲ ਹੁੰਦੀ, ਇਸ ਕਰਕੇ ਕਿ ਇਹਦੇ ਵਿੱਚ ਐਜੂਕੇਟਡ ਲੋਕ ਵੀ ਹੁੰਦੇ ਆ ਅਤੇ ਅਨਐਜੂਕੇਟਡ ਵੀ ਲੋਕ ਹੁੰਦੇ ਆ, ਕਈ ਤਰ੍ਹਾਂ ਦੇ ਆ। ਇਹ 'ਚ ਕਮੇਡੀ ਵੀ ਕਰਨ ਵਾਲੇ ਲੋਕ ਬੈਠੇ ਹੁੰਦੇ ਆ। ਫੌਜੀ ਗੱਲਾਂ ਕਰਨਗੇ 1965 ਦੀ ਜੰਗ ਕਿੱਦਾਂ ਹੋਈ, ਪੈਂਟਨ ਟੈਂਕ ਕਿੱਥੇ ਚੱਲੇ, ਅਸੀਂ ਬਾੜਮੇਰ ਸੈਕਟਰ ਦੇ ਉੱਤੇ ਸੀ, ਕਿੱਦਾਂ ਅਸੀਂ ਪਾਕਿਸਤਾਨ ਨਾਲ ਨੂੰ ਵਧੇ, ਕਿੱਦਾਂ ਐਰੋ ਅਟੈਕ, ਕਿੱਦਾਂ ਜਹਾਜ਼ ਆਉਂਦੇ ਸੀਗੇ, ਅਤੇ ਉਹ ਗੱਲਾਂ ਸੁਣ ਕੇ ਵੀ ਮਜ਼ਾ ਆਉਂਦਾ ਕਿਉਂਕਿ ਲੋਕਾਂ ਨੇ ਅੱਖਾਂ ਨਾਲ ਹੰਡਾਈਆਂ ਹੁੰਦੀਆਂ, ਵੇਖੀਆਂ ਹੁੰਦੀਆਂ। ਔਰ ਇਹ ਇੱਕ ਤਰ੍ਹਾਂ ਦਾ ਕਲਚਰ ਬਣ ਗਿਆ। ਔਰ ਸੱਥ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਉਹ ਲੋਕਾਂ ਦੇ ਜਿਨ੍ਹਾਂ ਦੇ ਵਿਆਹ ਹੋਏ ਹੁੰਦੇ ਆ, ਉਹ ਕਿਸ ਤਰ੍ਹਾਂ ਦਾ ਵਿਆਹ ਹੋਏ, ਪੁਰਾਣੀ ਗੱਲਾਂ ਦੱਸ ਦਿੰਦੇ ਆ। ਬੱਚੇ ਮੇਰੇ ਕੀ ਕਰ ਰਹੇ ਆ, ਉਹਦੇ ਵਿੱਚ ਸਾਰੀ ਬਾਇਓਡਾਟਾ ਉਹਨਾਂ ਦਾ ਘਰ ਦਾ ਵੀ ਉੱਥੇ ਗੱਲ ਕਰਦੇ ਆ। ਉਦਾਹਰਣ ਇਹ ਗੱਲ ਦੀ ਹੈਗੀ ਆ ਕਿ ਪੰਜਾਬ ਦਾ ਕਲਚਰ ਇੰਨਾ ਭਰਪੂਰ ਹੁੰਦਾ ਔਰ ਇੰਨਾ ਖੁਸ਼ਹਾਲ ਹੁੰਦਾ ਕਿ ਤੁਹਾਨੂੰ ਗੱਲਾਂ 'ਚੋਂ ਪਤਾ ਲੱਗਦਾ। ਇਹ ਵੀ ਦੱਸਣਗੇ ਕਿ ਤੁਹਾਡੀ ਮੱਝ ਕਿੰਨਾ ਦੁੱਧ ਦਿੰਦੀ ਆ, ਹੁਣ ਦੁੱਧ ਕਿੰਨੇ ਨੂੰ ਕਿਲੋ ਹੋ ਗਿਆ, ਹੁਣ ਦੂਜਾ ਦੁੱਧ ਜਿਹੜਾ ਬਾਹਰੋਂ ਆ ਰਿਹਾ ਉਹ ਕਿੱਦਾਂ ਦਾ ਹੈਗਾ, ਔਰ ਘਿਓ ਕਿੰਨਾ ਜੋੜਿਆ ਤੁਸੀਂ, ਹੈ ਨਾ, ਪੰਜੀਰੀ ਬਣਾਈ ਕਿ ਨਹੀਂ ਬਣਾਈ ਬੱਚਿਆਂ ਲਈ, ਕੀ ਕੁਝ ਖਾਣਾ, ਔਰ ਖਾਣੇ। ਔਰ ਉਹਦੇ ਵਿੱਚ ਦੱਸਣਗੇ ਕਿ ਪਿੰਡਾਂ ਦਾ ਜਿਹੜਾ ਹਾਲਾਤ ਆ ਉਹ ਕਿੱਦਾਂ ਦੀ ਹੈਗੀ। ਇਹ ਵੀ ਦੱਸਦੇ ਵੀ ਅੱਜ ਕਤਲ ਕਿੱਥੇ ਹੋ ਗਿਆ, ਉਹ ਕਿਉਂ ਹੋਇਆ, ਪੁਲਿਸ ਦੇ ਜਿਹੜੇ ਕੇਸ ਹੋਏ ਆ, ਜਿਹੜੇ ਗਲਤ ਹੋਏ ਆ ਜਾਂ ਠੀਕ ਹੋਏ ਆ, ਉਹਨਾਂ ਨੂੰ ਵੀ ਦੱਸਦੇ ਆ। ਈਵਨ ਕਿ ਹਰ ਗੱਲ ਜਿਹੜੀ ਆ ਸੱਥ ਵਿੱਚ ਡਿਸਕਸ ਹੁੰਦੀ ਆ। ਔਰ ਇਹ ਸੱਥਾਂ ਪੰਜਾਬ ਦੇ ਕੋਨੇ-ਕੋਨੇ 'ਚ ਚੱਲ ਰਹੀਆਂ, ਔਰ ਪਿੰਡਾਂ ਦੇ ਬੋੜਾਂ ਥੱਲੇ, ਔਰ ਪਿੰਡਾਂ ਦੇ ਤੂਤਾਂ ਦੀਆਂ ਛਾਵਾਂ ਦੇ ਥੱਲੇ, ਜਿੱਥੇ ਬੇਰੀ ਦੇ ਖੂਹ ਲੱਗੇ ਆ, ਖੂਹਾਂ ਦੇ ਆਲੇ ਦੁਆਲੇ ਬਹਿੰਦੇ ਸੀ ਲੋਕ, ਨਾਲ ਠੰਡਾ ਪਾਣੀ ਪੀਂਦੇ ਸੀ ਲੱਜ ਪਾ ਕੇ। ਔਰ ਉਹ ਕਲਚਰ ਔਰ ਅੱਜ ਦਾ ਕਲਚਰ ਦਾ ਜਿਹੜਾ ਦਰਮਿਆਨ ਪਾੜਾ ਵਾ, ਬੜਾ ਵੱਡਾ ਪਾੜਾ। ਔਰ ਅਸੀਂ ਤਾਂ ਯਾਦ ਕਰਦੇ, ਮੈਂ ਖੁਦ ਵੇਖੀਆਂ ਸੱਥਾਂ ਔਰ ਇੱਥੇ ਪ੍ਰੋਗਰਾਮ ਵੀ ਕੀਤੇ ਆ। ਔਰ ਉਹ ਸੱਥਾਂ ਦੇ ਵਿੱਚ ਜਦੋਂ ਕਈ ਗਵਈਏ ਆ ਜਾਂਦੇ ਆ, ਵਰਨ ਕੌਰ ਮਾਨ ਜੀ, ਉੱਥੇ ਮਾਣਕ ਵਰਗੇ ਗੀਤ ਵੀ ਗਾ ਜਾਂਦੇ ਸੀ, ਮੁਹੰਮਦ ਸਦੀਕ ਵਰਗਿਆਂ ਨੂੰ ਬੁਲਾ ਕੇ ਸੱਥਾਂ 'ਚ ਵੀ ਗੀਤ ਹੁੰਦੇ ਸੀ, ਔਰ ਬੁਝਾਰਤਾਂ ਪਾਈਆਂ ਜਾਂਦੇ ਸੀ, ਬਾਤਾਂ ਪਾਉਂਦੇ ਸੀ। ਔਰ ਇਹ ਗੱਲਾਂ ਦੇਖੋ ਕਲਚਰ ਦੀਆਂ ਜਿਹੜੀਆਂ ਤੁਹਾਨੂੰ ਕਿਤਾਬਾਂ 'ਚੋਂ ਨਹੀਂ ਮਿਲਣਗੀਆਂ, ਹੂ ਬਹੂ ਲੋਕਾਂ ਦੇ ਫੇਸ ਟੂ ਫੇਸ ਗੱਲਾਂ ਦਾ ਪਤਾ ਲੱਗਦਾ। ਔਰ ਬਿਲਕੁਲ ਹਾਂ, ਇਹ ਰੌਚਕ ਗੱਲਾਂ ਹੁੰਦੀਆਂ। ਔਰ ਦੇਖੋ ਮੈਂ ਸੋਚਦੀ ਹੁੰਦੀ ਹਾਂ ਕਿ ਜਿਹੜੀਆਂ ਸੱਥ ਆ ਉਹ ਸ਼ਾਇਦ ਬਣਿਆ ਕਿੱਦਾਂ ਹੋਊਗਾ, ਜਾਂ ਜਿੱਥੇ 7 ਲੋਕ ਜੁੜ ਕੇ ਬੈਠਦੇ ਹੋਊਗੇ, ਜਾਂ ਫਿਰ ਸਾਂਝੀ ਥਾਂ ਤੋਂ ਸੱਥ ਬਣ ਗਿਆ, ਜਾਂ ਸਾਂਝੀ ਥਾਂ ਤੇ ਥੜਿਆਂ ਦੇ ਉੱਤੇ ਬੈਠਣ ਤੋਂ ਸੱਥ ਬਣ ਗਿਆ। ਸੱਥ ਬਣਿਆ ਕਿੱਦਾਂ ਹੋਊਗਾ? ਇਹ ਗੱਲ ਤੁਸੀਂ ਬਿਲਕੁਲ ਟੂ ਦਾ ਪੁਆਇੰਟ ਕੀਤੀ ਹੈ ਕਿ ਜਿਹੜੀਆਂ ਸ਼ਾਮਲਾਟ ਸਾਂਝੀਆਂ ਜਗ੍ਹਾ ਨੇ ਪਿੰਡਾਂ 'ਚ,
ਜਿਹਦੇ ਵਿੱਚ ਜਿੱਦਾਂ ਗੁਰਦੁਆਰੇ ਦੇ ਨਾਲ ਦਾ ਏਰੀਆ ਹੋ ਗਿਆ, ਜਿਸ ਤਰ੍ਹਾਂ ਜਿੱਥੇ ਜੰਝ ਘਰ ਬਣਿਆ ਉਹਦੇ ਨਾਲ ਦਾ ਪਿਛਵਾੜਾ ਜਿਹੜਾ ਹੈਗਾ ਖਾਲੀ, ਉਹਦੇ ਵਿੱਚ ਉਹਨਾਂ ਨੇ ਆਪਣੇ ਦੀਵਾਨ ਜਾਂ ਲੱਕੜ ਦੇ ਕੁਝ ਲਾ ਲਏ, ਉਹਦੇ ਵਿੱਚ ਬਹਿਣ ਲਈ ਜਗ੍ਹਾ ਬਣਾ ਲਈ, ਕੁਰਸੀਆਂ ਮੇਜ਼ ਲਾ ਲਏ, ਔਰ ਮੰਜੇ ਜਿਹੜੇ ਉੱਥੇ ਉਹਨਾਂ ਨੇ ਆਪਣੇ ਢਾਹ ਕੇ ਬਹਿ ਜਾਂਦੇ ਬੈਗ ਉਹਦੇ ਵਿੱਚ। ਉਹ 'ਚ ਕੁਰਸੀਆਂ ਕਰਸੇ ਤਾਂ ਘੱਟ ਚੱਲਦੀਆਂ, ਜਿੱਦਾਂ ਦਾ ਪਿੰਡ ਦੇ ਵਿੱਚ ਫਰਨੀਚਰ ਉਹਦੇ ਪਿੰਡ ਦੇ ਅਕੋਰਡਿੰਗ ਹੁੰਦਾ ਹੈ। ਔਰ ਇਹ 7 ਵਰਡ ਜਿਹੜਾ ਸੀ ਸਾਥੀਆਂ ਤੋਂ ਬਣਿਆ, ਸਾਥੀਆਂ ਲੈਟਨ ਭਾਸ਼ਾ ਦੀ ਜਿਹੜੀ ਆ ਟੈਕਨੀਕ, ਉਹਦੇ ਤੋਂ ਸਾਥੀ ਜਦੋਂ ਬਹਿੰਦੇ ਸੀ, ਹਮ ਉਮਰ ਬਹਿੰਦੇ ਸੀ, ਉਹ ਗੱਲਾਂ ਆਪਣੇ ਆਪਣੇ ਯੁੱਗ ਦੀਆਂ ਕਰਦੇ ਸੀ ਵੀ ਯੁੱਗ ਕਿੱਥੋਂ ਤੱਕ ਚਲੇ ਗਿਆ। 20 ਸਾਲਾਂ ਬਾਅਦ ਸਮਾਂ ਬਦਲ ਜਾਂਦਾ, ਉਹ ਦੱਸਣਗੇ ਕਿ ਯਾਰ ਪਿਛਲੇ ਜ਼ਮਾਨੇ 'ਚ ਸਾਡੇ ਪੈਸੇ ਕਿੱਦਾਂ ਦੇ ਹੁੰਦੇ, ਕੌਡੀ ਵਾਲਾ ਪੈਸਾ ਸੀ ਸਾਡੇ ਕੋਲ, ਆਨੇ ਹੁੰਦੇ ਸੀ, ਦੀਵਾਨੀ ਹੁੰਦੇ ਸੀ, ਹੈ ਨਾ, ਫਿਰ ਸਿਲਵਰ ਦੇ ਪੈਸੇ ਆ ਗਏ, ਉਹ ਗੱਲਾਂ ਕਰਦੇ ਆ। ਉਹ ਯੁੱਗ ਦੀਆਂ ਗੱਲਾਂ ਕਰਕੇ ਜਿਹੜੀਆਂ ਦੂਜੀਆਂ ਗੱਲਾਂ, ਕਿ ਇਸ ਦਾ ਯੁੱਗ ਇਸ ਵੇਲੇ ਦਾ ਕੀ ਆ ਗਿਆ ਕਿ ਲੋਕਾਂ ਦੇ ਕੱਪੜੇ, ਖਾਣ ਪੀਣ, ਰਹਿਣ ਬਹਿਣ, ਝੂਠ ਬੋਲਣ ਦਾ ਜ਼ਮਾਨਾ ਆ ਗਿਆ ਕਹਿਣਗੇ। ਉਦੋਂ ਜ਼ਬਾਨ ਦੀ ਗੱਲ ਹੁੰਦੀ ਸੀ, ਲਿਖਤ ਘੱਟ ਹੁੰਦੀ ਸੀ, ਲਿਖਤ ਨਾਲ ਨਹੀਂ ਹੁੰਦਾ। ਉਹਨਾਂ ਨੇ ਮੱਝ ਵੇਚੀ ਆ ਤਾਂ ਉਹਨਾਂ ਨੇ ਕਹਿਣਾ ਕਿੰਨੇ ਦੀ ਆ, ਉਦੋਂ ਉਹਦੇ 'ਚ 15,000 ਦੀ ਹੋ ਗਈ ਗੱਲ, ਪੱਕੀ ਗੱਲ ਹੋ ਗਈ ਆ। ਉਹਨੇ ਹੱਥ ਮਿਲਾਇਆ, ਗੁੱਠੇ ਨਾਲ ਗੁੱਠਾ ਨੱਪਿਆ, ਓਕੇ ਠੀਕ ਹੋ ਗਿਆ। ਓਕੇ ਤਾਂ ਨਹੀਂ ਕਹਿੰਦੇ, ਹਾਂਜੀ ਭਾਜੀ ਸਹੀ ਗੱਲ ਆ, ਉਹ ਗੱਲ ਸਹੀ ਹੋ ਕੇ ਬਿਆਨਾਂ ਦੇ ਦਿਓ, ਪੈਸੇ ਦੇ ਦਿੱਤੇ ਤੇ ਗੱਲ ਹੋ ਗਈ। ਉਹ ਸੱਥਾਂ ਦੇ ਵਿੱਚ ਗੱਲਾਂ ਦੀ ਜਿਹੜੀ ਆ ਸ਼ੁਰੂਆਤ ਹੁੰਦੀ ਸੀ। ਔਰ ਇਹਦਾ ਜਿਹੜਾ ਲਫ਼ਜ਼ ਹੈ ਇਹ ਸੱਥ ਦਾ ਸਾਥੀ ਤੋਂ ਮਿਲਿਆ, ਜਿਹੜਾ ਸਨੇਹੀ ਪਿਆਰੇ ਜਿਨ੍ਹਾਂ ਨਾਲ ਮੁਹੱਬਤ ਲੋਕਾਂ ਦੀ ਸੀ, ਉਹਨਾਂ ਤੋਂ ਸ਼ੁਰੂ ਹੋ ਕੇ ਉਹ ਚੱਲਿਆ। ਔਰ ਇਹ ਸਿਆਲਕੋਟ, ਮਿੰਟਗੁਮਰੀ ਤੇ ਜਿਹੜਾ ਪਾਕਿਸਤਾਨ ਦਾ ਜੜ੍ਹਾਂ ਵਾਲਾ ਏਰੀਆ, ਉਹਨਾਂ ਏਰੀਏ ਦੇ ਵਿੱਚ, ਉਹਨਾਂ ਇਲਾਕਿਆਂ 'ਚ ਅਜੇ ਵੀ ਚੱਲਦੀਆਂ ਸਾਰਾ ਕੁਝ, ਕਿਉਂਕਿ ਉਹ ਲੋਕ ਉੱਥੇ ਜਿਹੜਾ ਇਹ ਚੱਲਦਾ ਨਾਲ ਉਹ ਹੁੱਕਾ ਚੱਲਦਾ, ਹੁੱਕੇ ਨਾਲ ਹੁੱਕਾ ਪੀ ਕੇ ਤੇ ਗੱਲਾਂ ਕਰਦੇ ਆ, ਬਾਤਾਂ ਪਾਉਂਦੇ ਆ, ਗਾਉਂਦੇ ਵੀ ਆ। ਔਰ ਤੁਸੀਂ ਕਦੇ ਅੱਜ ਵੀ ਕੱਢੋਗੇ ਨਾ ਤੁਸੀਂ ਫੇਸਬੁੱਕ ਤੇ ਵੀਡੀਓ ਦੇ ਵਿੱਚ ਕਲਿੱਪ ਮਿਲਣਗੇ ਤੁਹਾਨੂੰ, ਜਿਸ 'ਚ ਅਫਜ਼ਲ ਹਸਨ ਦਾ ਰੰਧਾਵਾ ਜਿਹੜੇ ਕਹਾਣੀਕਾਰ ਹੋਏ ਆ, ਉਹ ਵੀ ਬਹਿ ਕੇ ਗੱਲਾਂ ਕਰ ਰਹੇ ਸੀ। ਉਹ 'ਚ ਨਾਜ਼ਮੀ ਪੋਇਟ ਨੇ ਜਿਹੜੇ ਬਾਬਾ ਨਾਜ਼ਮੀ ਕਹਿੰਦੇ ਉਹਨਾਂ ਨੂੰ, ਬੜੇ ਅੱਛੇ ਪੰਜਾਬੀ ਦੇ ਪੋਇਟ ਆ ਪਾਕਿਸਤਾਨ ਦੇ, ਉਹ ਵੀ ਇੱਦਾਂ ਸਾਥ ਵਿੱਚ ਬੈਠੇ ਆ। ਲੋਕਾਂ ਦਾ ਇਹ ਨਹੀਂ ਕਿ ਸਟੇਜ ਤੇ ਬੋਲ ਰਿਹਾ, ਸੱਤ ਦਾ ਮਤਲਬ ਤੁਸੀਂ ਲੈਵਲ ਤੇ ਬੈਠੇ ਜੇ, ਨਾਲ ਹੀ ਤੇ ਜਿਹੜੀ ਸੈਮੀ ਸਰਕਲ 'ਚ ਤੁਹਾਡੇ ਨਾਲ ਉਹ ਲੋਕ ਬੈਠੇ ਤੇ ਤੁਹਾਡੇ ਨਾਲ ਤੁਹਾਡੀ ਪੋਇਟਰੀ, ਤੁਹਾਡੀ ਕਵਿਤਾ ਸੁਣ ਰਹੇ ਆ, ਤੁਹਾਡੇ ਗੀਤ ਸੁਣ ਰਹੇ ਆ, ਬਾਲੋ ਮਾਈਆ ਦੇ ਜਿਹੜੇ ਉਹ ਸੁਣ ਰਹੇ ਆ, ਕਿਸੇ ਸੁਣ ਰਹੇ ਆ, ਉਹ ਗੱਲਾਂ ਹੁੰਦੀਆਂ ਸੀ। ਪਰ ਮੈਂ ਇੱਕ ਗੱਲ ਸੋਚਦੀ ਹੁੰਦੀ ਆ ਕਿ ਸੱਥ ਦੇ ਬਾਰੇ ਬਹੁਤ ਸੁਣਿਆ, ਬਹੁਤ ਪੜਿਆ, ਖੁਦ ਸੱਥਾਂ ਦੇਖੀਆਂ ਵੀ ਆ, ਪਿੰਡਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਨੇ, ਹਨਾ, ਪਰ ਸੱਥਾਂ ਦੇ ਵਿੱਚ ਹਮੇਸ਼ਾ ਮਰਦ ਹੀ ਦੇਖੇ ਆ, ਠੀਕ ਆ, ਔਰਤਾਂ ਨਹੀਂ ਦੇਖੀਆਂ। ਤੇ ਮੈਂ ਅੱਗੇ ਤੁਹਾਨੂੰ ਕਿਹਾ ਜ਼ਿਕਰ ਹੈਗਾ ਕਿ ਪਹਿਲੋਂ ਜਿਹੜਾ ਮਰਦ ਪ੍ਰਧਾਨ ਏਰੀਆ ਜਾਂ ਦੇਸ਼ ਪੰਜਾਬ ਨੂੰ ਕਹਿ ਦਿੰਦੇ ਆ, ਮਰਦ ਪ੍ਰਧਾਨ ਕਰਕੇ ਆ, ਜਨਾਨੀਆਂ ਵਿਚਾਰੀਆਂ ਘਰ ਸੰਭਾਲਦੀਆਂ, ਉਹ ਉੱਥੋਂ ਗੱਲ ਕਰਦੀਆਂ। ਜਦੋਂ ਬੰਦੇ ਨੂੰ ਉਹਨੇ ਬੁਲਾਉਣਾ, ਫਿਰ ਉਹਨੇ ਸੱਥ 'ਚ ਆਵਾਜ਼ ਮਾਰਨੀ ਵੀ ਤੂੰ ਆਇਆ ਕਿਉਂ ਨਹੀਂ, ਤੁਹਾਨੂੰ ਪਤਾ ਨਹੀਂ ਹੈਗਾ ਸਰਦਾਰ ਜੀ ਇੱਥੇ ਬੈਠੇ ਜੇ, ਘਰ ਪ੍ਰਾਹੁਣੇ ਆ ਕੇ ਬੈਠੇ ਆ, ਉਹ ਲੈ ਕੇ ਚਲੇ ਜਾਂਦੀ ਉੱਥੋਂ, ਪਰ ਵਿੱਚ ਆਉਣ ਦਾ ਨਹੀਂ ਉਹਨਾਂ ਨੂੰ ਆਰਡਰ, ਵਿੱਚ ਘੱਟ ਬਹਿਣਗੇ ਲੈਂਦੀ, ਕਿਉਂਕਿ ਔਰਤਾਂ ਵੱਖਰੀਆਂ ਆਪਣੇ, ਜਿੱਦਾਂ ਉਹਨਾਂ ਦੇ ਤ੍ਰਿੰਜਣ ਵੀ ਇੱਕ ਤਰ੍ਹਾਂ ਦਾ ਸਾਥੀ ਹੈਗੀ ਆ, ਕਿਉਂਕਿ ਅੱਛੀ ਗੱਲ ਹੈ ਬੰਦਿਆਂ 'ਚ ਔਰਤ ਦਾ ਬਹਿਣਾ, ਉਹ ਨਹੀਂ ਗੱਲ ਹੈਗੀ, ਕਿਉਂਕਿ ਕਈ ਤਰ੍ਹਾਂ ਦੀਆਂ ਮਸਾਲੇਦਾਰ ਗੱਲਾਂ, ਕਈ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਆ। ਔਰਤ ਦਾ ਇੱਕ ਆਪਣਾ ਪਹਿਰਾਵਾ, ਆਪਣਾ ਡੈਕੋਰਮ, ਤ੍ਰਿੰਜਣ ਦੇ ਵਿੱਚ ਮਰਦ ਨਹੀਂ ਆਉਣਗੇ, ਔਰ ਉਦਾਂ ਹੀ ਸੱਥਾਂ ਦੇ ਵਿੱਚ ਫਿਰ ਔਰਤਾਂ ਨਹੀਂ ਜਾਂਦੀਆਂ। ਤੀਆਂ 'ਚ ਮਰਦ ਦਾ ਐਂਟਰੀ ਕੋਈ ਨਹੀਂ ਹੈ, ਬਿਲਕੁਲ। ਜੇ ਬੱਚੇ ਵੇਖਦੇ ਆ ਤਾਂ ਛੋਟੇ ਬੱਚੇ ਵੇਖ ਸਕਦੇ ਆ, ਮੁੰਡੇ ਜਿਹੜੇ ਆ ਜਾ ਕੇ ਕਬੱਡੀ ਖੋਲ ਉਸ ਦਾਇਰੇ 'ਚ ਹੋਣਗੇ, ਤੀਆਂ 'ਚ ਨਹੀਂ ਬਣਨਗੇ। ਇਹ ਵੈਸੇ ਅੱਛਾ ਗੱਲ ਸੀ। ਤੁਹਾਨੂੰ, ਮੈਨੂੰ ਪਤਾ ਤੁਸੀਂ ਗਿੱਧੇ ਦੇ ਕੋਚ ਵੀ ਰਹੇ ਜੇ, ਗਿੱਧਾ ਦੇ ਬਾਰੇ ਤੁਹਾਨੂੰ ਪਤਾ ਵੀ ਹੈਗਾ, ਗਿੱਧੇ ਦੇ ਪੀੜ ਅੰਦਰ ਜਾਂਦੇ ਵੀ ਜੇ, ਪਰ ਜਦੋਂ ਵਿਆਹ ਹੁੰਦਾ ਸੀ, ਵਿਆਹ ਦੇ ਵਿੱਚ ਜਦੋਂ ਗਿੱਧਾ ਪੈਂਦਾ ਸੀਗਾ, ਮਜ਼ਾਲ ਆ ਕੋਈ ਬੰਦਾ ਅੰਦਰ ਆ ਜਾਏ, ਉਦੋਂ ਬੰਦੇ ਨਹੀਂ ਆਉਂਦੇ ਕੋਈ, ਉਦੋਂ ਕੁੜੀਆਂ ਨੱਚਦੀਆਂ ਦਰਵਾਜ਼ਾ ਢੋ ਕੇ, ਔਰ ਬੜੀਆਂ ਲੋਕ ਤਰੀਕੇ ਨਾਲ ਲੈ ਸੁਰ 'ਚ ਨੱਚਦੀਆਂ ਸੀ, ਕਿਉਂਕਿ ਜਦੋਂ ਦੂਸਰੇ ਲੋਕ ਆ ਜਾਂਦੇ ਆ ਨਾ, ਤਾਂ ਤੁਹਾਡੇ ਵਿੱਚ ਤੁਹਾਡੀ ਜਾਂ ਗੱਲ ਕਰਨ ਦੀ ਜਾਂ ਤੁਹਾਡੀ ਸਮਰੱਥਾ ਥੋੜੀ ਘਟ ਜਾਂਦੀ ਹੈ। ਕੁੜੀਆਂ ਨਾਲ ਬਹੁਤ ਖੁਸ਼ ਰਹਿਣਗੀਆਂ। ਇਹ ਪੁਰਾਣੀ ਪਰੰਪਰਾ ਹੈ ਔਰ ਚੱਲਦੀ ਰਹੀ ਹੈ, ਅੱਛੀ ਗੱਲ। ਇਦਾਂ ਹੀ ਸਾਥ ਆ, ਹਨਾ, ਕਿ ਸਾਥ ਮਰਦਾਂ ਦੇ ਲਈ ਬਣੀ ਆ। ਔਰ ਇਹ ਵੀ ਕਹਿ ਦਿੱਤਾ ਜਾਂਦਾ ਸੀ ਨਾ ਕਿ ਪੁਰਾਣੇ ਜ਼ਮਾਨੇ 'ਚ, ਚਲੋ ਹੁਣ ਤਾਂ ਕਿਉਂਕਿ ਸੱਥਾਂ ਪੁਰਾਣੇ ਜ਼ਮਾਨੇ ਤੋਂ ਆਈਆਂ, ਹੁਣ ਜ਼ਮਾਨਾ ਚੇਂਜ ਹੋ ਗਿਆ, ਹੁਣ ਲੜਕੀਆਂ ਬਾਹਰ ਨਿਕਲਦੀਆਂ, ਹਨਾ, ਉਹ ਵੀ ਆਪਣੇ ਫਰੈਂਡਸ ਨੂੰ ਮਿਲਦੀਆਂ ਜਾਂ ਕੁਝ। ਪੁਰਾਣੇ ਸਮੇਂ 'ਚ ਇਹ ਵੀ ਕਹਿ ਦਿੱਤਾ ਜਾਂਦਾ ਸੀਗਾ ਕਿ ਕੁੜੀਆਂ ਬਾਹਰ ਮੋੜਾਂ ਤੇ ਨਹੀਂ ਖੜੀਆਂ ਚੰਗੀਆਂ ਲੱਗਦੀਆਂ, ਉਹਨਾਂ ਨੇ ਮੋੜਾਂ ਤੇ ਨਹੀਂ ਬਹਿਣਾ, ਹਨਾ, ਲੜਕੀਆਂ ਨੂੰ ਅੰਦਰ ਡੱਕ ਕੇ ਰੱਖਿਆ ਜਾਂਦਾ ਸੀ, ਉਹਨਾਂ ਨੂੰ ਅੰਦਰ ਲੁਕੋ ਕੇ ਰੱਖਿਆ ਜਾਂਦਾ ਸੀ, ਬਾਹਰ ਨਾ, ਹਨਾ। ਸੋ ਤਾਂ ਵੀ ਇਹ ਸੱਥਾਂ ਬੜੀਆਂ। ਦੂਸਰੇ ਪਾਸੇ ਸੱਥਾਂ ਦਾ ਸਭ ਤੋਂ ਪਿਆਰਾ ਰੂਪ ਆ ਕਿ ਪਿੰਡ ਦੇ ਬਜ਼ੁਰਗਾਂ ਦਾ ਸਭ ਤੋਂ ਵਧੀਆ ਟਾਈਮ ਪਾਸ, ਇੱਕ ਦੂਸਰੇ ਨੂੰ ਮਿਲਣਾ, ਇੱਕ ਦੂਸਰੇ ਦਾ ਹਾਲ ਚਾਲ ਪੁੱਛਣਾ। ਹੁਣ ਫੋਰਨ ਦੇ ਵਿੱਚ ਦੇਖ ਲਓ, ਪਾਰਕਾਂ ਦੇ ਵਿੱਚ ਜਾਂਦੇ ਆ, ਹਨਾ, ਪਾਰਕਾਂ ਦੇ ਵਿੱਚ ਬੈਠ ਕੇ ਬਜ਼ੁਰਗ ਆਉਂਦੇ, ਜਿੱਦਾਂ ਆਪਣੇ ਖਾਸ ਤੌਰ ਤੇ ਜਿਹੜੇ ਪੰਜਾਬੀ ਆ, ਆਪਾਂ US ਕੈਨੇਡਾ ਦੇ ਵਿੱਚ ਆਮ ਤੌਰ ਤੇ ਇਹ ਚੀਜ਼ਾਂ ਖਬਰਾਂ 'ਚ ਵੀ ਰੋਜ਼ ਦੇਖਦੇ ਆ, YouTube ਦੇ ਉੱਤੇ ਵੀਡੀਓਜ਼ ਵੀ ਦੇਖਦੇ ਆ ਕਿ ਇੱਥੇ ਪੰਜਾਬੀ ਬਜ਼ੁਰਗ ਸ਼ਾਮ ਨੂੰ ਇਕੱਠੇ ਹੁੰਦੇ ਆ, ਜਾਂ ਕਿਸੇ ਨੂੰ ਪੁੱਛੋ ਤੁਹਾਡੀ ਬੀਬੀ ਕਿੱਥੇ ਆ, ਉਹ ਪਾਰਕ 'ਚ ਆਪਣੀਆਂ ਸਹੇਲੀਆਂ ਕੋਲ ਗਈ ਆ। ਹੁਣ ਸ਼ਾਇਦ ਬਾਹਰਲੇ ਦੇਸ਼ਾਂ ਦੀਆਂ ਪਾਰਕਾਂ ਸੱਥ ਦਾ ਨਵਾਂ ਰੂਪ ਆ। ਤੁਸੀਂ ਗੱਲ ਬਿਲਕੁਲ ਠੀਕ ਕਹੀ। ਮੈਂ ਨਾ, ਮੇਰਾ ਬੇਟਾ ਨਿਊਜ਼ੀਲੈਂਡ ਆਕਲੈਂਡ 'ਚ, ਤਾਂ ਅਸੀਂ ਘੁੰਮਦੇ ਘੁਮਾਉਂਦੇ
ਉਧਰ ਇੱਕ ਸਕਾਈ ਟਾਵਰ ਆ, ਉਧਰ ਨੂੰ ਗਏ, ਉਹ ਘੁੰਮਦੇ ਆਏ ਤੇ ਇੱਕ ਤਾਂ ਬੈਂਚ ਲੱਗੇ ਸੀਗੇ ਔਰ ਬੈਂਚ ਇਕੱਠੇ ਲੱਗੇ ਤਾਂ ਉਹ ਨਾਲ ਲੱਗੇ। ਇੱਕ ਤਾਂ ਮਿਊਜ਼ਿਕ ਲੱਗਾ ਸੀ, ਮਿਊਜ਼ਿਕ ਉਹ ਬੈਗਰ ਨਹੀਂ ਗਏ, ਮਿਊਜ਼ਿਕ ਚਲਾ ਰਹੇ ਸੀ, ਜਿਹਦਾ ਜਿੰਨੇ ਪਾਣੀ ਦਿਲ ਕਰਦਾ ਉਹ ਪੈਸੇ ਸੁੱਟ ਦਿੰਦਾ ਸੀ, ਦਿੰਦਾ ਸੀ, ਉੱਥੇ ਹੱਥ ਨਹੀਂ ਛੱਡਦੇ ਉਹ। ਜਦੋਂ ਮੈਂ ਬੇਟੇ ਨੂੰ ਪੁੱਛਿਆ ਵੀ ਇਹ ਕੀ ਹੈਗਾ, ਕਹਿੰਦਾ ਪਾਪਾ ਇੱਥੇ ਲੋਕ ਬੈਠਦੇ ਆ। ਮੈਂ ਕਿਹਾ ਕੌਣ? ਆਂਦਾ ਜਿਹੜੇ ਰਿਟਾਇਰਡ ਪਰਸਨ ਆ ਉਹ ਬੈਠਦੇ ਆ। ਮੈਂ ਕਿਹਾ ਲੇਡੀਆਂ ਦਾ ਨੋ? ਆਂਦਾ ਸਾਰੇ ਬੰਦੇ ਬਹਿੰਦੇ ਆ। ਤੇ ਮੈਂ ਕਿਹਾ ਕੀ ਕਰਦੇ ਆ? ਕਹਿੰਦੇ ਉੱਥੇ ਗੱਲਾਂ ਕਰਦੇ ਆ। ਆਂਦਾ ਉਹ ਕਨਵਰਸੇਸ਼ਨ ਹੁੰਦੀ ਉਹਨਾਂ ਦੀ ਆਪਣੀ ਕੰਟਰੀ ਬਾਹਰਲੇ ਦੇਸ਼ਾਂ ਬਾਰੇ, ਦੂਜਿਆਂ ਦੇਸ਼ਾਂ ਬਾਰੇ। ਤੇ ਮੈਂ ਕਿਹਾ ਕਿੰਨੀ ਦਿਨਾਂ ਦਾ? ਨੋ ਲਿਮਟ। ਕਹਿੰਦਾ ਇੱਥੇ ਚੱਲਦਾ ਰਹਿੰਦਾ ਕੰਮ। ਮੈਂ ਕਿਹਾ ਫਿਰ ਆਪਾਂ ਕਿਤੇ ਵੇਖਾਂਗੇ? ਕਹਿੰਦਾ ਨਹੀਂ, ਮੈਂ ਤੁਹਾਨੂੰ ਸ਼ਾਮ ਨੂੰ ਦਿਖਾ ਦੂੰਗਾ। ਮੈਂ ਹੀ ਜਦੋਂ ਸ਼ਾਮ ਨੂੰ ਫਿਰ ਗੇੜਾ ਕੱਢਿਆ ਉਧਰ ਦੀ, ਤਾਂ ਉਧਰ ਉਸੇ ਤਰ੍ਹਾਂ ਲੋਕ ਬੈਠੇ ਔਰ ਉਹਨਾਂ ਨੇ ਬੜੇ ਸਿੰਪਲ ਕੱਪੜੇ ਪਾ ਕੇ ਬੈਠੇ ਉਧਰ ਦੇ। ਲੇਡੀ ਆ ਰਹੀਆਂ ਲੰਘ ਕੇ ਹੈਲੋ ਹੈਲੋ ਕਰਕੇ ਨਿਕਲ ਜਾਂਦੀਆਂ, ਪਰ ਕੋਈ ਖਲੋਤੀ ਨਹੀਂ ਉੱਥੇ। ਦੇਖੋ ਕਲਚਰ ਉੱਥੇ ਵੀ ਹੈ ਕਿ ਬੰਦਿਆਂ ਦੇ ਆਪਣੀਆਂ ਗੱਲਾਂ, ਜਨਾਨੀਆਂ ਦੀਆਂ ਆਪਣੀਆਂ। ਮੈਂ ਉੱਥੇ ਦੇਖਿਆ, ਮੈਂ ਕਿਹਾ ਬੇਟੇ ਇਹ ਤਾਂ ਸੱਥ ਵਾਲੀ ਗੱਲ ਆ। ਕਹਿੰਦਾ ਸੱਥ ਕੀ? ਮੈਂ ਕਿਹਾ ਆਪਣੇ ਪਿੰਡਾਂ ਵਿੱਚ ਵੀ ਇਹੀ ਹੁੰਦਾ, ਲੋਕ ਜਦੋਂ ਬਹਿੰਦੇ ਆ ਨਾ ਬੋੜਾਂ ਦੀ ਛਾਵਾਂ ਥੱਲੇ, ਤੇ ਉੱਥੇ ਤਾਸ਼ ਦੀ ਬਾਜ਼ੀਆਂ ਲੱਗਦੀਆਂ, ਖੇਡਦੇ ਆ, ਗਾਉਂਦੇ ਆ। ਮੈਂ ਕਿਹਾ ਸੇਮ ਉਹੀ ਆ, ਇੱਥੇ ਮਿਊਜ਼ਿਕ ਵੱਜ ਰਿਹਾ, ਇੱਧਰ ਗਾ ਰਹੇ ਬੈਠੇ ਨਾਲ ਔਰ ਇਹਨਾਂ ਦਿਲ ਕਰਦਾ ਪੈਸੇ ਦਿੰਦੇ ਆ, ਉੱਥੇ ਖਾ ਰਹੇ ਕੋਕ, ਸਾਰਾ ਉੱਥੇ ਕੋਲਡ ਡਰਿੰਕ ਪੀ ਰਹੇ। ਤੇ ਮੈਂ ਕਿਹਾ ਇਹ ਤਾਂ ਸਾਰਾ ਉਹੀ। ਆਂਦਾ ਪਾਪਾ ਇਹੋ ਹੀ ਗੱਲ ਤੁਹਾਡੇ ਤੁਹਾਡੇ ਦੇਸ਼ 'ਚ ਵੀ, ਆਪਣੇ ਦੇਸ਼ 'ਚ ਵੀ ਇੱਦਾਂ ਦੀ ਗੱਲ? ਮੈਂ ਕਿਹਾ ਹਾਂ। ਕਹਿੰਦਾ ਉਹ ਕਿੱਥੇ ਜ਼ਿਆਦਾ? ਮੈਂ ਕਿਹਾ ਮਾਲ ਵਿੱਚ ਅਜੇ ਵੀ ਹੈਗਾ। ਕਹਿੰਦਾ ਉਹ ਬੜਾ ਖੁਸ਼ ਹੈ ਤੇ ਬੜਾ ਹੱਸਿਆ। ਆਂਦਾ ਮੈਂ ਵੀ ਆ ਕੇ ਵੇਖੂੰਗਾ ਉਹ। ਪਰ ਵੇਖ ਲਓ ਇਹ ਕਲਚਰ, ਸਾਈਕੀ ਹਿਊਮਨ ਇੱਕੋ ਜਿਹੀ ਹੁੰਦੀ ਹੈ। ਜਿੰਨੀ ਦੇਰ ਤੱਕ ਅਸੀਂ ਇਕੱਲਾ ਬੰਦਾ ਦਿੰਦਾ, ਇਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ, ਇਕੱਲਾ ਨਾ ਹੋਵੇ ਪੁੱਤ ਜੱਟ ਦਾ, ਜਦੋਂ ਇਕੱਲਾ ਬੰਦਾ ਰਹਿ ਜਾਊਗਾ ਨਾ, ਉਹਦੇ ਅੰਦਰ ਬੜੇ ਤਰ੍ਹਾਂ ਦੀਆਂ ਕਿਆਸਰਾਈਆਂ, ਬੜੀਆਂ ਇਮੈਜੀਨੇਸ਼ਨ, ਬੜੀ ਜਿਹੜੀਆਂ ਹੋਰ ਨੁਕਸਾਨ ਦੀ ਗੱਲਾਂ ਆ ਜਾਣਗੀਆਂ। ਇਸੇ ਕਰਕੇ ਉਹ ਚਾਹੁੰਦੇ ਨੇ ਲੋਕ ਕਿ ਰਲ ਮਿਲ ਕੇ ਗੱਲਾਂ ਕਰੋ, ਖੁਸ਼ੀ ਦੀਆਂ ਗੱਲਾਂ ਕਰੋ। ਕਨਵਰਸੇਸ਼ਨ ਜਿਹੜੀ ਹੈਗੀ ਆ, ਸਾਂਝਦਾਰੀ ਹੈਗੀ ਆ, ਉਹ ਗੱਲ ਬਹੁਤ ਵਧੀਆ ਹੁੰਦੀ ਹੈ। ਅੱਗੇ ਪਹਿਲਾਂ ਆਂਦੇ ਲੋਕ ਜੇ ਕੋਈ ਤੁਹਾਨੂੰ ਦੁੱਖ ਆ ਨਾ, ਕੋਈ ਗੱਲ ਹੈਗੀ ਆ, ਤੇ ਕੋਠੇ ਚੜ੍ਹ ਕੇ ਢੋਲ ਵਜਾਓ, ਦੁਨੀਆ ਨੂੰ ਦੱਸੋ, ਉਹ ਤੁਹਾਡੇ ਲਈ ਸਲਾਹ ਆ ਜਾਣਗੇ, ਤੁਹਾਡੇ ਲੋਕ ਦੱਸਣਗੇ। ਹੁਣ ਤਾਂ ਕਹਿੰਦੇ ਲੁਕੋ ਲਓ ਆਪਣਾ ਦੁੱਖ, ਲੋਕਾਂ ਨੇ ਤੁਹਾਡੇ ਦੁੱਖ ਦਾ ਤਮਾਸ਼ਾ ਬਣਾ ਦੇਣਾ। ਬਿਲਕੁਲ ਸਹੀ ਗੱਲ। ਅੱਗੇ ਹੁੰਦਾ ਸੀਗਾ ਕਿ ਰਿਸ਼ਤੇਦਾਰੀਆਂ ਨੂੰ, ਸਾਕ ਸੰਬੰਧੀਆਂ ਨੂੰ ਦੁੱਖ ਆਪਣੇ ਜ਼ਰੂਰ ਦੱਸੇ ਜਾਣੇ, ਕੀ ਤੰਗੀ ਆ। ਹੁਣ ਬੰਦਾ ਡਰਦਾ ਆ ਆਪਣਾ ਦੁੱਖ ਦੱਸਣ ਤੋਂ, ਕਿਤੇ ਸਾਡੇ ਦੁੱਖ ਦਾ ਕੋਈ ਨਜਾਇਜ਼ ਫਾਇਦਾ ਨਾ ਚੱਕ ਲਵੇ, ਤਮਾਸ਼ਾ ਨਾ ਬਣ ਜਾਵੇ ਸਾਡੇ ਦੁੱਖ ਦਾ, ਹਨਾ। ਸੋ ਹੁਣ ਸੱਥਾਂ ਦੀ ਗੱਲ ਚੱਲ ਰਹੀ ਆ। ਗਰਮੀਆਂ ਦੇ ਦਿਨਾਂ ਦੇ ਵਿੱਚ ਸੱਥਾਂ ਜ਼ਿਆਦਾ ਲੱਗਦੀਆਂ ਰਹੀਆਂ ਸਿਆਲਾਂ ਦੇ ਮੁਕਾਬਲੇ। ਸਿਆਲਾਂ ਨੂੰ ਚਲੋ ਕਿਸੇ ਉੱਦਾਂ ਖੁੱਲੇ ਥਾਂ ਤੇ ਧੁੱਪੇ ਬਹਿ ਗਏ, ਹਨਾ। ਗਰਮੀਆਂ ਨੂੰ ਬੋੜ ਦੀ ਛਾਂ ਤੇ ਪਿੱਪਲ ਦੀ ਛਾਂ ਇੰਨੀ ਜ਼ਿਆਦਾ ਜ਼ਰੂਰੀ ਕਿਉਂ ਮੰਨੀ ਗਈ ਆ? ਡੇਕ ਦੀ ਨਹੀਂ ਮੰਨੀ ਗਈ ਸੱਥ ਦੇ ਲਈ ਜ਼ਰੂਰੀ, ਹਨਾ। ਉਹਦੀ ਬੇਰੀ ਦੀ ਨਹੀਂ ਮੰਨੀ ਗਈ, ਟਾਹਲੀ ਦੀ ਨਹੀਂ ਮੰਨੀ ਗਈ। ਸ਼ਾਇਦ ਉਹ ਚੌੜਾ ਵੱਡਾ ਦਰਖਤ ਆ ਜੋ ਪੂਰੇ ਥੜੇ ਨੂੰ ਕਵਰ ਕਰ ਲੈਂਦਾ। ਹਾਂ ਬਰਨ ਕੌਰ ਜੀ, ਬਹੁਤ ਵਧੀਆ ਗੱਲ ਆ। ਤੁਹਾਨੂੰ ਸੀਜ਼ਨ ਨਾਲ ਤੁਸੀਂ ਗੱਲ ਜੋੜੀ ਯਾਰ, ਛਾਂ ਨਾਲ। ਕਿਉਂਕਿ ਪਹਿਲੇ ਜ਼ਮਾਨੇ 'ਚ ਨਾ ਲੋਕਾਂ ਕੋਲ ਕੋਈ ਪੱਖੇ ਨਹੀਂ, ਕੋਈ ਏਸੀ ਨਹੀਂ ਸੀ, ਕੁਛ ਨਹੀਂ ਇੱਦਾਂ ਦੀ ਗੱਲ। ਉਹਨਾਂ ਨੇ ਮਾਲ ਡੰਗਰ ਸਾਰੇ ਢੱਗੇ ਬਾਹਰ ਬੰਨੇ ਹੁੰਦੇ ਸੀ ਇੱਕ ਸਾਈਡ ਤੇ, ਔਰ ਇੱਕ ਥੜਾ ਉੱਚਾ, ਇਹਦਾ ਥੜਾ ਬਹੁਤ ਵੱਡਾ ਹੁੰਦਾ ਕਿਉਂਕਿ ਰੁੱਖ ਬਹੁਤ ਵੱਡਾ ਹੁੰਦਾ, ਬਹੁਤ ਵੱਡਾ ਥੜਾ ਹੁੰਦਾ। ਉਹਨੂੰ ਸੰਭਾਲਣ ਲਈ, ਇਹਨੂੰ ਵੱਡਾ ਕਰਨ ਲਈ ਇੱਕ ਥੜਾ ਬਣਾਇਆ ਜਾਂਦਾ ਔਰ ਉਹਦੇ ਦਾਇਰਾ ਬਣਿਆ ਹੁੰਦਾ। ਕਈ ਪਿੰਡਾਂ 'ਚ ਉਹਦੇ ਆਲੇ ਦੁਆਲੇ ਇੱਟਾਂ ਲਾ ਦਿੰਦੇ ਆ, ਜਿੱਦਾਂ ਖੂਹ ਦੀ ਮਣ ਬੰਨੀ ਹੁੰਦੀ ਹੈ ਨਾ, ਇਸੇ ਤਰ੍ਹਾਂ ਦੀ ਪੱਕੀ ਉਹ ਇੱਟਾਂ ਲੱਗੀ ਹੁੰਦੀ ਹੈ, ਉਹਦੇ ਆਲੇ ਦੁਆਲੇ ਬਹਿੰਦੇ ਆ। ਔਰ ਇਹਦੀ ਛਾਂ ਠੰਡੀ ਬਹੁਤ ਹੁੰਦੀ ਹੈ ਕਿਉਂਕਿ ਇਹਦੇ ਪੱਤੇ ਵੱਡੇ ਹੁੰਦੇ ਆ। ਬੇਰੀ ਦੇ ਤੇ ਪਿੱਪਲ ਦੇ, ਬੇਰੀ ਦੇ ਜਿਹੜੇ ਪੱਤੇ ਛੋਟੇ ਹੋਣਗੇ, ਬੇਰੀ ਦੇ ਤੇ ਕੰਡੇ ਹੁੰਦੇ ਆ, ਬੇਰੀ ਦੇ ਤਾਂ ਬਹੁਤ ਕੰਡੇ ਉਹਦੇ ਛਾਵੇਂ ਨਹੀਂ ਕੋਈ ਬਹਿ ਸਕਦਾ। ਤੂੰ ਤਾਂ ਉਹ ਛੋਟਾ ਰੁੱਖ ਹੁੰਦਾ, ਉੱਤੇ ਵੱਡਾ ਨਹੀਂ ਬਣਦਾ। ਬੇਰੀ ਵੀ ਏਡੀ ਤੁਹਾਨੂੰ ਦੱਸਿਆ ਹੀ ਆ। ਤੇ ਜਿਹੜੀਆਂ ਨਿੰਮ ਦੀ ਵੀ ਜਿਹੜੀਆਂ ਨਾ, ਉਹ ਵੀ ਘਟੋਨੀਆਂ ਜਿਹੀਆਂ ਡਿੱਗਦੀਆਂ ਤੁਹਾਡੇ ਸਿਰ 'ਚ ਵੱਜਦੀਆਂ, ਕਈ ਕੁਛ ਹੁੰਦਾ। ਪਰ ਜਿੰਨਾ ਸ਼ਾਂਤ ਔਰ ਜਿਹਦੇ 'ਚ ਆਕਸੀਜਨ ਬਹੁਤ ਜ਼ਿਆਦਾ, ਆਕਸੀਜਨ ਬਹੁਤ ਅੱਛੀ। ਔਰ ਇਹ ਚੀਜ਼ਾਂ ਜਿਹੜੀਆਂ ਸਾਇੰਟੀਫਿਕ ਅਪਰੋਚ ਨਾਲ ਵੀ ਚੀਜ਼ਾਂ ਬਣਦੀਆਂ। ਔਰ ਇਹਦੀ ਪਿੱਪਲ ਦੀ ਪੂਜਾ ਵੀ ਕਰਦੇ ਲੋਕ, ਉਸੇ ਕਰਕੇ ਆ। ਉਹਦੇ ਵਿੱਚ ਦੁੱਧ ਪਾਉਂਦੇ ਆ, ਉਹਦੇ 'ਚ ਆ ਕੇ ਕਈ ਕੁਛ ਪਾ ਕੇ ਉੱਤੇ ਆਪਣੀ ਪੂਜਾ ਕਰਦੇ ਆ। ਔਰ ਇਹ ਦੋ ਰੁੱਖਾਂ ਦਾ ਪੰਜਾਬ ਦੇ ਵਿਰਸੇ 'ਚ, ਪੰਜਾਬ ਦੀ ਹਿਸਟਰੀ 'ਚ ਬਹੁਤ ਵੱਡਾ ਨਾਮ ਆ। ਔਰ ਬੋਰਡ ਮੇਰੇ ਹਿਸਾਬ ਨਾਲ ਬਹੁਤ ਲੰਬੀ ਉਮਰ ਜਿਉਂਦਾ, ਬਹੁਤ ਵੱਡਾ, ਜਿਹੜਾ ਬਹੁਤ ਜਿੰਨੇ ਕੁਝ ਹਾਸਲ ਕੀਤਾ ਹੋਵੇ ਨਾ ਬੰਦੇ ਨੇ, ਉਹਨੂੰ ਬਾਬਾ ਬੋਰਡ ਕਹਿਣ ਲੱਗ ਜਾਂਦਾ। ਬਾਬਾ ਬੋਰਡ ਇਸੇ ਕਰਕੇ ਕਹਿੰਦੇ ਕਿ ਉਮਰ ਜ਼ਿਆਦਾ ਹੁੰਦੀ ਇਹਦੀ, ਵੱਡਾ ਹੁੰਦਾ। ਔਰ ਇਹਦੇ ਜਿਹੜੀਆਂ ਜੜ੍ਹਾਂ ਜਿਹੜੀਆਂ ਉੱਪਰ ਇਹਦੇ ਲੱਗੀਆਂ ਲਮਕਦੀਆਂ ਨੇ, ਉਹ ਬੜੀਆਂ, ਬੱਚੇ ਉਹਦੇ ਨਾਲ ਝੂਟੇ ਵੀ ਲੈਂਦੇ ਆ। ਨਾ ਕੇਵਲ ਵੱਡੀ ਉਮਰ ਦੇ ਲੋਕ ਆਉਂਦੇ ਆ, ਬੱਚੇ ਵੀ ਇਹਦੇ ਨਾਲ ਖੇਡਦੇ ਆ, ਇਹਦੇ ਨਾਲ ਪੀਂਘਾਂ ਵੀ ਪਾ ਲੈਂਦੇ ਆ। ਤ੍ਰਿੰਜਣਾ ਤੇ ਤੀਆਂ ਦੀਆਂ ਪੀਂਘਾਂ ਤਾਂ ਬੋੜਾਂ ਤੇ ਪਿੱਪਲਾਂ ਦੇ ਹੀ ਪੈਂਦੀਆਂ ਨਾ। ਬੋੜ ਦਾ ਕਹਿੰਦੇ ਨਾ ਉਹ ਵੱਡਾ ਹੁੰਦਾ ਆ, ਜਿਹੜਾ ਤਣਾ ਹੁੰਦਾ ਆ, ਤਣਾ ਬਹੁਤ ਮੋਟਾ ਹੁੰਦਾ, ਭਾਰਾ ਤਣਾ ਹੁੰਦਾ ਆ। ਜਿਹਦਾ ਅੰਬ ਆ, ਜਿਹੜਾ ਅੰਬ ਦਾ ਵੀ ਭਾਰਾ ਹੁੰਦਾ, ਟੀਸੀ ਜਿਹੜੀ ਅੰਬ ਦੀ ਹੁੰਦੀ ਆ। ਜਿਸ ਤਰ੍ਹਾਂ ਦਾ ਇਹ ਆਪਣੇ ਬੋੜ ਆ, ਜਿੱਦਾਂ ਇੰਗਲੈਂਡ 'ਚ ਓਕ ਟਰੀ ਆ ਨਾ, ਜਿਹਦੇ 'ਚ ਉਹਦੀ ਜਿਹੜੀ ਲੱਕੜ ਆ ਨਾ, ਉਹਦੇ 'ਚ ਸ਼ਿਪ ਨੂੰ ਉਹੀ ਲੱਗਦੀ, ਜਦੋਂ ਸ਼ਿਪ ਚੱਲਦੇ ਆ ਨਾ ਜਹਾਜ਼, ਉਹਦੇ 'ਚ ਉਹ ਲੱਕੜ, ਉਹ ਤਰਦੀ ਲੱਕੜ, ਉਹ ਖਰਾਬ ਨਹੀਂ ਹੁੰਦੀ। ਔਰ ਇਸੇ ਕਰਕੇ ਉਹ ਬੜੀ ਮਹਿੰਗੀ ਲੱਕੜ ਹੈਗੀ ਆ। ਆਪਾਂ ਤੁਹਾਨੂੰ ਬੋੜ ਦਾ ਰੁੱਖ ਆ ਦਿੰਦੇ ਆ, ਉਹਦੇ 'ਚ ਉਹ ਲੱਕੜ ਬਹੁਤ ਵੱਡੀ, ਉਹ ਕੱਟਦੇ ਨਹੀਂਗੇ। ਮੰਨ ਲਓ
ਕੋਈ ਬੋਰਡ ਜਾਂ ਉਹਨਾਂ ਦਾ ਉਕਟੀ ਇੱਥੇ ਸੜਕ ਤੇ ਆ ਗਿਆ, ਉਹਨਾਂ ਕੱਟਣਾ ਨਹੀਂਗਾ। ਤੁਹਾਡੇ ਲੰਘਣ 'ਚ ਔਖ ਹੋ ਰਿਹਾ, ਉਹਨਾਂ ਵਿੱਚ ਦੀ ਕੁਛ ਨਾ ਕੁਛ ਕੱਢ ਕੇ ਉਹਨਾਂ ਦਾਇਰਾ ਬਣਾ ਲੈਣਾ ਹੈ ਜਿਹਦੇ ਵਿੱਚ ਜੀ ਤੁਸੀਂ ਲੰਘੋਗੇ। ਸਾਡੇ ਅੰਦਰ ਤਾਂ ਜਿਹੜੀ ਲੱਕੜਾਂ ਕੱਟਣ ਦੀ ਬੜੀ ਆਦਤ ਮਾੜੀ ਆ ਗਈ ਨਾ। ਅਸੀਂ ਬੋਰਡ ਵੀ ਕੱਟ ਦਿੰਦੇ ਹਾਂ, ਪਿੱਪਲ ਵੀ ਕੱਟ ਦਿੰਦੇ ਹਾਂ, ਕਈ ਕੁਛ ਕੱਟਦੇ ਹਾਂ। ਉਹ ਜਿਹੜੀ ਆਦਤ ਨੇ ਸਾਡੇ ਮੀਂਹ ਨੂੰ, ਸਾਡੀ ਬਾਰਿਸ਼ ਨੂੰ, ਸਾਡੇ ਕੁਦਰਤੀ ਜਿਹੜਾ ਮਾਹੌਲ ਸੀ ਉਹਨੂੰ ਵਿਗੜਾ ਪਾ ਦਿੱਤਾ। ਔਰ ਪਿੱਪਲ ਮੈਂ ਦੇਖਦੀ ਹੁੰਦੀ ਕਦੇ ਕਦੇ ਤੁਸੀਂ ਉੱਥੇ ਬੀਜਿਆ ਵੀ ਨਹੀਂ ਹੁੰਦਾ, ਘਰਾਂ ਦੀਆਂ ਕੰਧਾਂ 'ਚੋਂ ਪਿੱਪਲ ਬਹੁਤ ਜਲਦੀ ਉੱਗ ਆਉਂਦਾ। ਸ਼ਾਇਦ ਉਹ ਮਿੱਟੀ ਦੇ ਵਿੱਚ ਕੋਈ ਬੀ ਆਇਆ ਹੁੰਦਾ ਜਦੋਂ ਆਪਾਂ ਘਰ ਬਣਾਉਣੇ ਹੁੰਦੇ ਆ ਜਾਂ ਕੁਝ, ਹਨਾ। ਸੋ ਜਲਦੀ ਕਈ ਬੂਟੇ ਨਿਕਲੇ ਆਉਂਦੇ ਆ, ਪਰ ਉਹ ਭਾਰੇ ਹੁੰਦੇ ਆ। ਦੂਸਰੀ ਗੱਲ, ਹੁਣ ਦੀਆਂ ਸੱਥਾਂ ਜੇ ਆਪਾਂ ਦੇਖੀਏ ਅੱਜ ਦੀ ਤਰੀਕ ਦੇ ਵਿੱਚ, ਜੀ ਕਿਹੜੇ ਕਿਹੜੇ ਪਿੰਡਾਂ 'ਚ ਚੰਗੀ ਤਰ੍ਹਾਂ ਜਿਉਂਦੀਆਂ ਆ? ਇਹਦੇ 'ਚ ਜੇ ਤਾਂ ਆਪਾਂ ਤੁਰੀਏ ਪਾਕਿਸਤਾਨ ਤੋਂ, ਕਿਉਂਕਿ ਉੱਥੋਂ ਤਾਂ ਸੱਥਾਂ ਅਜੇ ਵੀ ਚੱਲਦੀਆਂ। ਉੱਥੇ ਵੀ ਸਰਜੀਤ ਆ, ਉਹ ਇਲਾਕਾ ਜਿਹੜਾ ਸਿਆਲਕੋਟ ਦਾ ਹੈਗਾ, ਹੈ ਨਾ। ਮਿੰਟ ਗੁਮਰੀ ਦਾ ਤੁਹਾਨੂੰ ਦੱਸਿਆ, ਜਿਹੜਾ ਉਧਰ ਤੇ ਲਾਹੌਰ ਦੇ ਏਰੀਏ 'ਚ ਆਲੇ ਦੁਆਲੇ ਪੁਰਾਣਾ ਜਿੱਥੇ ਪੰਜਾਬ ਵਸਿਆ, ਉੱਥੇ ਸਾਰੇ ਅਜੇ ਸੱਥਾਂ ਦਾ ਮਾਹੌਲ ਹੈ। ਦੂਜਾ ਜਿਹੜਾ ਹੈਗਾ ਤੁਹਾਨੂੰ ਜਿਹੜਾ ਬਠਿੰਡਾ ਦਾ ਏਰੀਆ, ਮਾਨਸਾ ਦਾ ਏਰੀਆ, ਉਹਦੇ ਵਿੱਚ ਅਜੇ ਸੱਥਾਂ ਜਿਉਂਦੀਆਂ ਉਸੇ ਤਰ੍ਹਾਂ ਹੀ। ਅਜੇ ਬਹੁਤ ਅਸੀਂ ਪ੍ਰੋਗਰਾਮ ਕੀਤੇ ਆ ਜਿੱਥੇ ਲੋਕ ਬੋੜਾਂ ਥੱਲੇ ਬਹਿ ਕੇ ਤਾਸ਼ ਦੀਆਂ ਬਾਜ਼ੀਆਂ ਲਾ ਰਹੇ ਆ। ਔਰ ਬਠਿੰਡੇ ਦੇ ਨਾਲ ਭਗਤਾ ਭਾਈ ਵਾਲਾ ਇੱਕ ਹੈਗਾ, ਉੱਥੇ ਇੱਕ ਭਦੌੜ ਦਾ ਏਰੀਆ, ਉਹਦੇ 'ਚ ਹੈਗਾ। ਮੁਕਤਸਰ ਦੇ ਨਾਲ ਹੈਗੇ ਆ ਪਿੰਡ, ਜਿਹਦੇ ਪਿੰਡ ਅਜੇ ਵੀ ਜਿਉਂਦੇ ਆ ਸੱਥਾਂ ਦੇ ਨਾਲ। ਮਾਨਸਾ ਦੇ ਨਾਲ ਪਿੰਡ ਜਿੱਥੇ ਬਹੁਤ ਹੈਗੇ ਆ, ਔਰ ਆਲਾ ਦੁਆਲਾ ਉਹਦੇ 'ਚ ਪਿੰਡਾਂ 'ਚ ਲੋਕ ਅਜੇ ਇਸ ਗੱਲ ਨਾਲ ਲੱਗੇ ਆ। ਔਰ ਇਸ ਕਰਕੇ ਇਹਦੇ ਨਾਲ ਜੁੜੇ ਆ, ਕਿਉਂਕਿ ਉਹਨਾਂ ਨੂੰ ਪਤਾ ਮਿਲਦੇ ਆ, ਦੁੱਖ ਸੁੱਖ ਦਾ ਪਤਾ ਲੱਗਦਾ ਵਾ, ਲੋਕ ਭਾਈਚਾਰੇ ਦਾ ਪਤਾ ਲੱਗਦਾ ਵਾ। ਉੱਥੇ ਕਈ ਵਾਰੀ ਉਹਨਾਂ ਨੂੰ ਦਾਵਤ ਦੇ ਦਿੰਦੇ ਆ, ਭਈਆ ਸਾਡੇ ਕੱਲ੍ਹ ਅਖੰਡ ਪਾਠ ਹੈ, ਮੈਂ ਹੁਣ ਘਰ ਨਹੀਂ ਆਉਣਾ, ਤੁਸੀਂ ਤੁਸੀਂ ਆਉਣਾ। ਨਾਲ ਦੇ 4 ਘਰਾਂ ਨੂੰ ਵੀ ਕਹਿ ਦਿਓ, ਇੱਕ ਦੂਜੇ ਨੂੰ ਉੱਥੋਂ ਕਰ ਦਿੰਦੇ ਆ। ਇੱਕ ਲਿੰਕ, ਉਦੋਂ ਕਿਹੜਾ ਫੇਸਬੁੱਕ ਸੀ, ਉਦੋਂ ਕਿਹੜਾ ਆਪਣੇ ਨਾਲ ਵਟਸਐਪ ਸੀਗਾ, ਉਹ ਸਾਰਾ ਕੁਝ ਉਹ ਲੋਕਾਂ ਤੁਸੀਂ, ਮੈਂ ਤਾਂ ਕਹਿੰਦੀ ਹੁੰਦੀ ਆ, ਤੁਹਾਡੀ ਗੱਲ ਰੋਕ ਰਹੀ ਆ। ਬੇਸ਼ੱਕ ਫੇਸਬੁੱਕ ਆ ਗਈ ਹੈ ਨਾ, ਵਟਸਐਪ ਆ ਗਿਆ, ਫੋਨ ਵੀ ਆ ਗਏ, ਪਰ ਚਲੋ ਫੋਨ ਵੱਖਰੀ ਚੀਜ਼ ਹੋ ਗਈ ਆ। ਸੋਸ਼ਲ ਮੀਡੀਆ ਦੇ ਉੱਤੇ ਕੋਈ ਸਾਨੂੰ ਕਾਰਡ ਭੇਜਦਾ ਨਾ, ਸਾਨੂੰ ਪਸੰਦ ਨਹੀਂ ਆਉਂਦਾ। ਆਪਾਂ ਕਹਿੰਦੇ ਅਸੀਂ ਕੋਈ ਬਾਦੂ ਆ, ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਰਡ ਭੇਜਤਾ, ਮੂੰਹੋਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ। ਸੋ ਸਾਡੇ ਪੰਜਾਬੀ ਤਾਂ ਅੱਜ ਵੀ, ਜਦੋਂ ਤੱਕ ਤੁਸੀਂ ਉਹਨਾਂ ਨੂੰ ਮੂੰਹ ਦੇ ਨਾਲ ਇਨਵੀਟੇਸ਼ਨ ਨਹੀਂ ਦਿੰਦੇ, ਫੋਨ ਕਰਕੇ ਆਉਣ ਦੇ ਲਈ ਨਹੀਂ ਕਹਿੰਦੇ, ਕਿਤੇ ਜਾਣਾ ਪਸੰਦ ਨਹੀਂ ਕਰਦੇ। ਅਸਲ 'ਚ ਜਿਹੜਾ ਨਾ ਰਿਸ਼ਤੇਦਾਰੀ ਜਾਂ ਭੈਣ ਭਰਾ ਦਾ ਨੇੜਤਾ, ਉਹ ਤੁਹਾਡੇ ਮਿਲਣ ਨਾਲ ਹੀ ਹੁੰਦੀ ਆ। ਜੋ ਤੁਸੀਂ ਮਿਲ ਕੇ ਗੱਲ ਕਰਕੇ ਆਪਣਾ ਹੋਰ ਵੀ 4 ਗੱਲਾਂ ਕਰੋਗੇ, ਨਾ ਕੇਵਲ ਵਿਆਹ ਦੀ ਗੱਲ ਜਾਂ ਉਧਰ ਬੱਚੇ ਦੇ ਜਨਮ ਦਿਨ ਦੀ ਗੱਲ ਕਰੋਗੇ, ਉਹਨਾਂ ਨਾਲ ਹੋਰ 4 ਭਾਈਚਾਰੇ ਦੀਆਂ ਗੱਲਾਂ ਕਰੋਗੇ, ਆਪਣੇ ਬੱਚਿਆਂ ਦੀਆਂ ਗੱਲਾਂ ਕਰੋਗੇ, ਤੁਹਾਡਾ ਮਨ ਹੌਲਾ ਹੋਊਗਾ। ਦੁੱਖ ਸੁੱਖ ਸਾਂਝਾ ਹੁੰਦਾ। ਜਦੋਂ ਆਪਾਂ ਭੈਣਾਂ ਨੂੰ ਮਿਲਣ ਜਾਂਦੇ ਆ ਜਾਂ ਭੈਣਾਂ ਭਰਾਵਾਂ ਨੂੰ ਮਿਲਣ ਆਉਂਦੀਆਂ, ਔਰ ਕਿੰਨਾ ਸਾਂਝ ਵੱਡੀ ਹੁੰਦੀ ਹੈ। ਜੇ ਭੈਣ ਨੂੰ ਉੱਥੋਂ ਫੋਨ ਕਰ ਦਿਓ ਵੀ ਮੇਰੇ ਮੁੰਡੇ ਦਾ ਵਿਆਹ ਵਾ, ਤੁਸੀਂ ਇੰਨੀ ਤਰੀਕ ਨੂੰ ਆਉਣਾ, ਤਾਂ ਉਹ ਗੱਲ ਨਹੀਂ ਬਣੀ। ਤੁਹਾਡੀ ਗੱਲ ਸਹੀ ਆ, ਉਹ ਭੈਣ ਨੂੰ ਅੰਦਰੋਂ ਰੰਜਿਸ਼ ਹੋਊਗੀ ਕਿ ਮੇਰਾ ਭਰਾ ਵਾ, ਜਿਹਦੇ ਨਾਲ ਮੈਂ ਜੰਮੀ ਪਲੀ ਵੱਡੀ ਹੋਈ ਆ, ਅੱਜ ਉਹ ਵੱਡਾ ਹੋ ਗਿਆ ਮੇਰੇ ਤੋਂ, ਅੱਜ ਮੇਰੇ ਨਾਲ ਗੱਲ ਨਹੀਂ ਕਰ ਸਕਦਾ। ਭਰਾਵਾਂ ਦਾ ਵੀ ਇਸੇ ਗੱਲੋਂ ਇਤਫਾਕ ਨਹੀਂ ਰਹਿੰਦਾ। ਔਰ ਬਾਕੀ ਸ਼ਰੀਕੇ ਭਾਈਚਾਰੇ ਦੇ ਤਾਂ ਅੱਗੇ ਰੌਲਾ ਹੁੰਦਾ, ਚਾਚੇ ਤਾਏ ਦੇ ਪੁੱਤ ਤੇ ਮਾਸੀ ਦਾ ਪੁੱਤ, ਇਹ ਸਕੇ ਭਰਾਵਾਂ ਵਾਲੀ ਗੱਲ ਨਹੀਂ, ਇਹਦੇ 'ਚ ਸ਼ਰੀਕਾ ਆ ਜਾਂਦਾ। ਹਾਲਾਂਕਿ ਤੁਹਾਡੇ ਦੁੱਖ ਸੁੱਖ ਦੇ ਹੁੰਦੇ ਆ, ਪਰ ਉਹ ਆਂਦਾ ਵੀ ਜਦੋਂ ਆਂਦੀ ਵੀ ਮਾਸੀ ਦਾ ਪੁੱਤ ਆਂਦੀ ਨਾ ਕੋਲੋਂ ਦੀ ਲੰਘ ਗਿਆ, ਜੇ ਹੋਵੇ ਸਕਾ ਭਰਾ ਤੇ ਕੋਲੋਂ ਦੀ ਲੰਘੇ ਕਿਉਂ? ਉਹਨੇ ਮਾਸੀ ਦਾ ਪੁੱਤ ਨਾਲ ਦੀ ਲੰਘ ਗਿਆ, ਉਹਦੀ ਭੈਣ ਕਹਿ ਰਹੀ ਹੈ। ਔਰ ਇਹ ਦੇਖੋ ਫਿਰ ਵੀ ਦੁਜਾਇਗ ਆ ਜਾਂਦੀ ਹੈ। ਤੁਹਾਡਾ ਸਕਾ ਭਰਾ ਤੁਹਾਡੇ ਲਈ ਜੋ ਕੁਝ ਜਾਨ ਨਿਸ਼ਾਵਰ ਕਰ ਸਕਦਾ, ਉਹ ਦੂਜਾ ਭਰਾ ਨਹੀਂ ਕਰੂਗਾ। ਤੇ ਦੂਜੀ ਗੱਲ, ਇਸ ਵੇਲੇ ਸਵਾਰਥੀ ਹੋ ਗਈ ਦੁਨੀਆ, ਹੁਣ ਸੈਲਫਿਸ਼ਨੈਸ ਜ਼ਿਆਦਾ ਆ ਗਈ, ਕਿਉਂਕਿ ਅਸੀਂ ਜ਼ਿਆਦਾ ਪੜ੍ਹ ਲਿਖ ਗਏ ਹਾਂ, ਗਿਵ ਐਂਡ ਟੇਕ ਹੋ ਗਿਆ, ਬੜਾ ਕੁਝ ਹੋ ਗਿਆ। ਔਰ ਇਸੇ ਕਰਕੇ ਸੱਥਾਂ ਤੋਂ ਅਸੀਂ ਦੂਰ ਚਲੇ ਗਏ। ਇਸ ਕਰਕੇ ਦੂਰ ਚਲੇ ਗਏ ਕਿ ਲੋਕਾਂ ਕੋਲ ਟਾਈਮ ਹੈ ਨਹੀਂ, ਵੇਲ ਹੈ ਨਹੀਂ, ਬਿਲਕੁਲ। ਸੱਥਾਂ ਦੇ ਵਿੱਚ ਨਾ ਰਿਸ਼ਤੇ ਬਣਦੇ ਹੁੰਦੇ ਸੀ, ਇੱਕ ਦੂਸਰੇ ਦੇ ਕੋਲ ਬੈਠ ਕੇ, ਔਰ ਸ਼ਾਮ ਨੂੰ ਪਿੰਡ ਨੇ ਇੱਕ ਦੂਸਰੇ ਨੂੰ ਮਿਲਣਾ, ਸਾਰੇ ਪਿੰਡ ਦੀ ਖਬਰ ਸੱਤਰ ਹੋਣੀ, ਰਿਸ਼ਤੇ ਬਣਨੇ। ਬਹੁਤ ਸਾਰੇ ਨਵੇਂ ਰਿਸ਼ਤਿਆਂ ਨੂੰ ਵੀ ਸੱਥਾਂ ਨੇ ਜਨਮ ਦਿੱਤਾ ਹੋਣਾ। ਬਹੁਤ ਸਾਰੇ ਰਿਸ਼ਤੇ ਆਪਣੀ ਅਣਬਣ ਦੇ ਕਾਰਨ ਸੱਥਾਂ ਤੇ ਟੁੱਟੇ ਵੀ ਹੋਣੇ ਆ। ਪਰ ਹੁਣ ਦੇਖੋ, ਹੱਸਣ ਦੇ ਲਈ ਸਾਨੂੰ ਪਾਰਕਾਂ 'ਚ ਜਾਣਾ ਪੈਂਦਾ। ਸਾਨੂੰ ਇੰਸਟਰਕਟਰ ਕਹਿੰਦਾ ਆ ਪਾਰਕ ਦੇ ਵਿੱਚ, ਜਿਹੜਾ ਸਾਡਾ ਕੋਚ ਹੁੰਦਾ, ਉੱਚੀ ਉੱਚੀ ਹੱਸੋ, ਉੱਚੀ ਉੱਚੀ ਹੱਸੋ, ਕਿਉਂਕਿ ਅਸੀਂ ਨੋਰਮਲ ਜ਼ਿੰਦਗੀ ਦੇ ਵਿੱਚ ਉੱਚੀ ਹੱਸਦੇ ਹੀ ਨਹੀਂ। ਸਾਨੂੰ ਤਾਂ ਸਫਿਸਟੀਕੇਟਡ ਲਾਈਫ ਨੇ, ਸਾਡੀ ਨਕਲੀ ਜੀ ਟੌਰ ਨੇ ਇੱਕ ਪਾਸੇ ਕਿਸੇ ਟੋਏ ਦੇ ਵਿੱਚ ਸਿੱਟ ਦਿੱਤਾ, ਹਨਾ। ਹੁਣ ਪੁਰਾਣੇ ਸਮਿਆਂ ਦੇ ਵਿੱਚ ਲੋਕ ਸੱਥਾਂ 'ਚ ਬੈਠ ਕੇ ਉੱਚੀ ਉੱਚੀ ਖੁੱਲ੍ਹ ਕੇ ਹੱਸਦੇ ਸੀ, ਜਿਸ ਦੇ ਨਾਲ ਉਹਨਾਂ ਦੀਆਂ ਟੈਨਸ਼ਨਾਂ ਵੀ ਦੂਰ ਹੁੰਦੀਆਂ ਸੀ, ਜਿਸ ਦੇ ਨਾਲ ਉਹਨਾਂ ਦੀ ਐਕਸਰਸਾਈਜ਼ ਫੇਫੜਿਆਂ ਦੀ ਜਿਹੜੀ ਆਪਾਂ ਕਹਿੰਦੇ ਹੱਸਣ ਦੇ ਨਾਲ ਹੁੰਦੀ ਸੀ। ਔਰ ਮੈਨੂੰ ਇੱਦਾਂ ਲੱਗਦਾ ਹੈ ਹੁਣ ਤਾਂ ਚਲੋ, ਮੈਂ ਇੱਕ ਪਿੰਡ ਦੇਖ ਰਹੀ ਸੀ ਦੁਆਬੇ ਦਾ, ਜਿੱਥੇ ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਪੇਂਟ ਕਰਕੇ ਪ੍ਰੋਪਰ ਥੜਾ ਬਣਾਇਆ ਹੋਇਆ, ਪਿੰਡ ਦੇ ਗੇਟ ਤੇ ਸੱਥ ਜਿਹੜੀ ਬਣਾਈ ਹੋਈ ਹੈ। ਪਰ ਪੁਰਾਣੇ ਸਮੇਂ 'ਚ ਤਾਂ ਕੱਚੀਆਂ ਮਿੱਟੀ ਦੀਆਂ ਸੱਥਾਂ ਹੁੰਦੀਆਂ ਸੀ, ਲਿਪੀਆਂ ਹੋਈਆਂ ਹੁੰਦੀਆਂ ਸੀ। ਅਸਲ 'ਚ ਦੱਸੋ, ਤੂੰ ਜਿਹੜੀ ਗੱਲਾਂ ਕੀਤੀਆਂ ਬਰਨ ਕੌਰ ਮਾਨ ਜੀ, ਉਹ ਇਹੀ ਹੈ। ਤੁਸੀਂ ਕਿਹਾ ਨਾ ਕਿ ਲੋਕਾਂ ਦਾ ਉੱਥੇ ਦੁੱਖ ਸੁੱਖ ਜਾਂ ਬਾਕੀ ਸਾਰੀਆਂ ਚੀਜ਼ਾਂ ਤੋਂ ਨੇੜੇ ਆਉਂਦੇ, ਉਦੋਂ ਕਿਹੜੀਆਂ ਮੈਰਿਜ ਬਿਊਰੋ ਸੀ, ਉਦੋਂ ਬੈਠੇ ਬੈਠੇ ਵੀ ਗੱਲ ਕਰ ਲੈਂਦੇ।
ਤੁਹਾਡਾ ਬੇਟਾ ਕਿੱਡਾ ਕੁ ਵੱਡਾ ਹੈ ਨਾ, ਤੁਹਾਡਾ ਦੂਸਰਾ ਨਿੱਕਾ ਬੇਟੇ ਦਾ ਕੀ ਕੰਮ ਆ, ਤੁਹਾਨੂੰ ਗੱਲਾਂ ਕਰਦੇ ਕਿੰਨੀ ਕੁ ਆਪਣੇ ਕੋਈ ਖੇਤੀਬਾੜੀ ਆ। ਕਈ ਵਾਰੀ ਰਿਸ਼ਤੇ ਵੀ ਤੈਅ ਹੋ ਜਾਂਦੇ, ਉੱਥੋਂ ਦੱਸਣਾ ਯਾਰ ਤੁਹਾਡਾ ਮੁੰਡਾ ਹੈਗਾ ਤਾਂ ਸਾਡਾ ਵੀ ਚਾਚੇ ਦਾ ਮੁੰਡਾ ਉੱਥੇ ਆ, ਉਹਦੀ ਬੇਟੀ ਉੱਥੇ, ਉਹਦਾ ਰਿਸ਼ਤਾ ਨਾ ਆਪਾਂ ਕਰ ਲਈਏ, ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ। ਦੂਜਾ ਇਹ ਹੈਗਾ ਸੀ ਕਿ ਲੋਕਾਂ 'ਚ ਇੰਨੀ ਭਰਾਤਰੀ ਭਾਵ ਸੀ, ਇੰਨਾ ਪਿਆਰ ਸੀਗਾ, ਇੱਕ ਦੂਜੇ ਦੇ ਦੁੱਖ ਸੁੱਖ ਲਈ ਤਾਂ ਸਾਰੇ ਸਾਂਝੇ ਕੰਮ ਕਰ ਹੀ ਲੈਂਦੇ ਸੀ। ਅਤੇ ਦੂਜਾ ਹੁੰਦਾ ਸੀ ਕਿ ਲੋਕਾਂ ਕੋਲ ਵਿਹਲ ਇੰਨਾ ਜ਼ਿਆਦਾ ਸੀ, ਜਿੱਥੇ ਉਹਨੂੰ ਤੋਰਨਾ ਉੱਥੇ ਤੁਰ ਪੈਂਦਾ, ਉੱਧਰ ਹੀ ਉਹਨੇ ਕੰਮ ਕਰਨਾ, ਉੱਧਰ ਹੀ ਉਹਨਾਂ ਦੀ ਗੱਲ ਕਰਨੀ। ਬੱਚੇ ਪੜ੍ਹਦੇ ਸੀ ਪਰ ਜਿਹੜੇ ਬਜ਼ੁਰਗ ਸੀ ਉਹ ਗੱਲਾਂ ਕਰਦੇ ਸੀ, ਸਾਂਝੇ ਵਾਲਦੀਆਂ ਅਤੇ ਸਾਂਝੀਆਂ ਗੱਲਾਂ ਕਰਕੇ ਇੱਕ ਦੂਜੇ ਦੀ ਨੇੜਤਾ ਵਧਾ ਦਿੰਦੇ ਸੀ। ਹੁਣ ਜਿਹੜਾ ਸਮਾਂ ਇਸ ਵੇਲੇ ਭੱਜ ਨੱਠ ਜ਼ਿਆਦਾ ਵੱਧ ਗਈ ਹੈ। ਬਿਲਕੁਲ ਵਿਆਹ 'ਤੇ ਵੀ ਅਸੀਂ ਜਾਂਦੇ ਹਾਂ ਉਸ ਤਰੀਕੇ ਨਾਲ, ਆਏ ਤੇ ਗਏ ਤੇ ਚਲੇ ਗਏ, ਬਸ ਉਦੋਂ ਵਾਲਾ ਜ਼ਮਾਨਾ ਨਹੀਂ ਰਿਹਾ। ਇੱਕ ਦੂਜੀ ਗੱਲ ਰਹਿ ਗਈ ਕਿ ਅਸੀਂ ਜਿਹੜੇ ਆ ਨਾ, ਅਸੀਂ ਹੋਰ ਚੀਜ਼ਾਂ ਆਪਣੇ ਆਲੇ ਦੁਆਲੇ ਹੋਰ ਬੜੀਆਂ ਵਲਾ ਲਿਆ, ਉਹ ਵਾਲਾ ਇਸ ਕਰਕੇ ਵਲ ਗਈਆਂ ਕਿ ਅਸੀਂ ਮੁੰਡੇ ਬਾਹਰ ਭੇਜਤੇ। ਦੂਜੇ ਜਿਹੜੇ ਆ ਇੱਥੇ ਸਾਡੀਆਂ ਬੇਟੀਆਂ ਉਹ ਹਾਇਰ ਕਲਾਸਿਸ 'ਤੇ ਲੱਗ ਗਈਆਂ, ਘਰ ਥੋੜ੍ਹੇ ਛੋਟੇ ਹੋ ਗਏ ਅਤੇ ਜੁਆਇੰਟ ਫੈਮਲੀਆਂ ਨਹੀਂ ਰਹੀਆਂ। ਜਿਹੜੀ ਜੁਆਇੰਟ ਫੈਮਲੀ ਆ ਨਾ, ਜਿਹੜੇ ਸਾਂਝੇ ਪਰਿਵਾਰ ਸੀ ਉਹ ਘੱਟ ਗਏ, ਜਿਸ 'ਚ ਦਾਦੀਆਂ, ਨਾਨੀਆਂ, ਮਾਮੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਸੀ। ਕਈ ਵਾਰੀ ਮੁੰਡੇ ਵੱਡੇ ਹੁੰਦੇ ਜਾਂ ਕੁੜੀਆਂ ਜਦੋਂ ਵੱਡੀਆਂ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੀ ਮਾਂ ਕਿਹੜੀ ਆ, ਚਾਚੀਆਂ ਤਾਈਆਂ ਪਾਲ ਲੈਂਦੀਆਂ। ਬਹੁਤ ਵਾਰੀ ਆਪਣੀ ਮਾਂ ਨੂੰ ਚਾਚੀ ਕਹਿੰਦੇ ਲੋਕ, ਬਹੁਤ ਮੁੰਡੇ ਭਾਬੀ ਵੀ ਕਹਿੰਦੇ ਸੀ। ਇਸ ਕਰਕੇ ਕਹਿੰਦੇ ਕਿ ਉਹਨਾਂ ਦੇ ਜਿਹੜੇ ਚਾਚੇ ਸੀ ਨਾ, ਨਾਲ ਚਾਚੇ ਵੀ ਨਾਲ ਵੱਡੇ ਹੁੰਦੇ ਸੀ, ਉਹਦੇ ਕਰਕੇ ਉਹਨਾਂ ਭਾਬੀ ਕਹਿਣਾ ਤੇ ਨਾਲ ਦੇ ਮੁੰਡਿਆਂ ਨੇ ਭਾਬੀ ਕਹਿਣਾ। ਇਹ ਬਾਕਾਇਦਾ ਤੌਰ 'ਤੇ ਰਹੀ ਗੱਲ, ਔਰ ਇਹ ਜੁਆਇੰਟ ਫੈਮਿਲੀ ਦੀਆਂ ਗੱਲਾਂ ਸੀ। ਹੁਣ ਜੁਆਇੰਟ ਫੈਮਿਲੀ ਨਹੀਂ ਰਹੀ, ਕੰਮਕਾਰ ਜਿਹੜੇ ਆ ਘਟ ਗਏ, ਸਾਰਾ ਕੁਛ, ਬੱਚੇ ਬਾਹਰ ਚਲੇ ਗਏ, ਘਰ ਸੁੰਝੇ ਹੋ ਗਏ, ਔਰ ਬਹੁਤ ਪਿੰਡ ਵਿਹਲੇ ਆ। ਰਮੀਦੀ ਪਿੰਡ ਜਿਹੜੇ ਹੈਗਾ, ਪਲਾਹੀ ਪਿੰਡ ਆ, ਤੁਸੀਂ ਇੱਕ ਬੰਦਾ ਵੀ ਉੱਥੋਂ ਦਾ ਨਹੀਂ ਲੱਭੋਗੇ ਕਿ ਇਸ ਪਿੰਡ 'ਚ ਬੰਦਾ ਕੌਣ ਹੈਗਾ। ਜਦੋਂ ਪਿੰਡ 'ਚ ਲੋਕ ਨਹੀਂ ਰਹਿਣਗੇ ਤਾਂ ਸੱਥਾਂ ਕਿੱਥੇ ਰਹਿਣਗੀਆਂ। ਦੁਆਬੇ ਦਾ ਇਹ ਹਾਲ ਹੋ ਗਿਆ, ਕਿਉਂਕਿ ਦੁਆਬੇ ਤੋਂ ਬਹੁਤ ਲੋਕ ਚੰਗੇ ਕੰਟਰੀਆਂ 'ਚ ਚਲੇ ਗਏ ਆ, ਉੱਥੇ ਇਹਨਾਂ ਨੇ ਆਪਣੇ ਬਹੁਤ ਵਧੀਆ ਬਿਜ਼ਨਸ ਸ਼ੁਰੂ ਕਰ ਲਏ ਆ। ਔਰ ਮਾਲਵਾ ਹੁਣ ਜਾਣ ਲੱਗਾ, ਔਰ ਮਾਝਾ ਹੁਣ ਅਜੇ ਜਾਣ ਲੱਗਾ, ਔਰ ਦੁਆਬਾ ਇਸ ਵੇਲੇ ਪੂਰਾ ਉੱਥੇ ਪਹੁੰਚਿਆ। ਦੁਆਬਾ ਤਾਂ ਸਟੈਬਲਿਸ਼ ਹੀ ਹੋ ਚੁੱਕਿਆ ਇੱਕ ਤਰੀਕੇ ਦੇ ਨਾਲ, ਹਰ ਕੰਟਰੀ 'ਚ, ਇੰਗਲੈਂਡ ਸਾਰਾ ਦੁਆਬਾ, ਔਰ ਅਮਰੀਕਾ 'ਚ ਦੁਆਬਾ। ਇਟਲੀ ਇੱਕ ਟਾਈਮ ਹੁੰਦਾ ਸੀ ਜਦੋਂ ਦੁਆਬਾ ਇਟਲੀ ਨੂੰ ਬਹੁਤ ਜਾਂਦਾ ਸੀ, ਦੁਬਈ ਨੂੰ ਦੁਆਬਾ ਬਹੁਤ ਗਿਆ ਹੈ ਨਾ। ਔਰ ਦੇਖੋ ਬਾਹਰ ਜਾਣ ਦੀ ਨਿਸ਼ਾਨੀ ਸਾਡੇ ਪਿੰਡਾਂ 'ਚ ਸਭ ਤੋਂ ਵਧੀਆ ਸਾਨੂੰ ਇਹ ਨਜ਼ਰ ਆਉਂਦੀ ਆ, ਬਾਹਰ ਵੱਡਾ ਵੱਡਾ ਲਿਖਿਆ ਹੁੰਦਾ ਨਾ, USA, UK, ਆਸਟ੍ਰੇਲੀਆ। ਕਦੇ ਕਦੇ ਮੈਂ ਸੋਚਦੀ ਨਹੀਂ ਵੀ ਕਮਾਲ ਦੀ ਡਿਗਰੀ ਸਾਡੇ ਪੰਜਾਬੀਆਂ ਨੇ ਆਪੇ ਹੀ ਬਣਾ ਲਈ। ਕੁਲਵੰਤ ਸਿੰਘ ਕਾਟੇਜ USA ਹੈ ਨਾ, ਵਾਸ਼ਿੰਗਟਨ ਹੈ ਨਾ, ਉਹਦੇ ਨਾਲ ਹੈ ਨਾ, ਉਹਦੇ 'ਚ ਉਹਨਾਂ ਨੇ ਆਪਣਾ ਨਾਲ ਲਿਖਿਆ ਹੋਇਆ USA ਦੇ ਰਹਿਣ ਵਾਲੇ। ਮਤਲਬ ਬਾਹਰ ਦਾ ਪੈਸਾ ਕਮਾਈ ਕੀਤੀ ਆ ਕੇ ਇਹ ਪੰਜਾਬੀਆਂ ਨੇ ਨਾ ਆਪੇ ਹੀ ਡਿਗਰੀ ਬਣਾ ਲਈ। ਜਿੱਦਾਂ ਸਾਡੇ ਜਿਹੜੇ ਲੋਕ ਲਿਖਦੇ ਆ, ਜਿੱਦਾਂ ਤੁਸੀਂ ਲਿਖੋਗੇ ਬਲਕਾਰ ਸਿੰਘ PhD BA MA ਜੋ ਵੀ ਚਲੋ ਤੁਹਾਡੀ ਪੜ੍ਹਾਈ ਹੋਊਗੀ ਹੈ ਨਾ, ਉਹ ਲਿਖਦੇ ਆ ਫਲਾਨਾ ਸਿਆਂ UK, ਫਲਾਨਾ ਸਿਆਂ ਹੈ ਨਾ ਅਮਰੀਕਾ। ਕਿਹਨੇ USA ਲਿਖ ਦਿੰਦੇ ਕਿ ਲਿਖਿਆ ਇੱਥੇ ਕਿ ਆਂਦਾ ਮੈਂ ਉਜਾਗਰ ਸਿੰਘ ਔਲਖ ਖਾਂ, ਉਜਾਗਰ ਯੂ ਹੋਗਾ ਨਾ, ਇਹ ਵੀ ਗੱਲਾਂ ਲੋਕਾਂ ਦੀਆਂ। ਵਾਹ ਕਮਾਲ, ਯੂ ਮਤਲਬ ਉਜਾਗਰ, ਐਸ ਮਤਲਬ ਸਿੰਘ ਤੇ ਏ ਮਤਲਬ ਔਲਖ। ਮੈਂ USA ਆਂਦਾ ਮੈਂ ਸੋਚਿਆ ਸ਼ਾਇਦ ਤੂੰ ਯਾਰ ਅਮਰੀਕਾ ਤੋਂ ਆਇਆ। ਆਂਦਾ ਨਹੀਂ ਯਾਰ, ਅਮਰੀਕਾ ਤੋਂ ਮੈਂ ਗਿਆ ਹੀ ਨਹੀਂਗਾ, ਮੈਂ ਤਾਂ ਆਪਣੇ ਨਾਂ ਨੂੰ ਇਦਾਂ ਸ਼ਾਰਟਕਟ 'ਚ ਲਿਖ ਲਿਆ। ਇਹ ਲੋਕਾਂ 'ਚ ਕਰੇਜ਼ ਹੀ ਇਸੇ ਕਰਕੇ ਜਿਹੜੀ ਹੈਗਾ ਨਾ, ਲਾਲਚ ਵੀ ਹੋ ਗਈ ਲੋਕਾਂ 'ਚ, ਵਿਖਾਵਾ ਵੀ ਹੋ ਗਿਆ। ਇਸ ਕਰਕੇ ਵੀ ਹੁੰਦਾ ਕਿ ਹੁਣ ਜਿੰਨਾ ਦੁਆਬਾ ਇਸ ਕਰਕੇ ਗਿਆ ਹੈਗਾ, ਔਰ ਜ਼ਮੀਨ ਥੋੜ੍ਹੀ ਸੀ ਪਰ ਇਸ ਵੇਲੇ ਐਸਟੈਬਲਿਸ਼ਡ ਦੁਆਬਾ ਜ਼ਿਆਦਾ। ਮਾਝੇ ਤੋਂ ਤਾਂ ਇੱਧਰ ਦਾ ਆਪਸੀ ਏਰੀਆ ਦਾ ਹੁੰਦਾ ਸੀ ਕਿ ਉਦੋਂ ਜ਼ਮੀਨ ਘੱਟ ਹੁੰਦੀ ਸੀ ਅਤੇ ਰਿਸ਼ਤਾ ਵੀ ਘੱਟ ਹੁੰਦਾ ਸੀਗਾ। ਤਾਂ ਹਾਂ, ਇਸ ਕਰਕੇ ਕਿ ਨਾ ਜ਼ਮੀਨ ਘੱਟ ਸੀ ਅਤੇ ਮਾਝੇ 'ਚ ਜ਼ਮੀਨ ਜ਼ਿਆਦਾ ਹੁੰਦੀ ਸੀ। ਹੁਣ ਇਹ ਚੱਕਰ ਹੋ ਗਿਆ, ਹੁਣ ਇਹਨਾਂ ਕੋਲ ਪ੍ਰਾਪਰਟੀ ਜ਼ਿਆਦਾ ਹੋ ਗਈ, ਸਾਰਾ ਕੁਝ ਹੈਗਾ। ਹੁਣ ਇਹ ਕੁੜੀਆਂ ਆਪਣੀਆਂ ਮਾਝੇ 'ਚ ਘੱਟ ਜਾਣਗੇ, ਉਲਟਾ ਹੋ ਗਿਆ। ਹੁਣ ਬਦਲੇ ਮੈਂ ਸਾਰਾ ਜ਼ਮਾਨਾ ਦੇਖਿਆ, ਸਾਰਾ ਕੁਝ ਵੇਖਿਆ। ਇਸੇ ਕਰਕੇ ਮਾਝੇ 'ਚ ਜ਼ਮੀਨ ਬਹੁਤ ਜ਼ਿਆਦਾ ਸੀਗੀ, ਕਿਉਂਕਿ ਉੱਧਰੋਂ ਬਾਹਰ 'ਚੋਂ ਹੀ ਲੋਕ ਆਏਗੇ, ਸਾਰਾ ਕੁਝ ਜ਼ਮੀਨ ਫਰਟਾਈਲ ਵੀ ਹੈਗੀ। ਇਹ ਇਲਾਕਾ ਥੋੜ੍ਹਾ ਜਿਹਾ ਰੇਤਲਾ, ਇੱਥੇ ਆਲੂ, ਮੂੰਗਫਲੀ, ਇਹ ਸਾਰਾ ਕੁਝ ਜ਼ਿਆਦਾ ਹੁੰਦਾ ਸੀ, ਸ਼ੱਕਰਕੰਦੀ, ਇਹ ਬੜਾ ਕੁਝ ਹੁੰਦਾ। ਪਰ ਹੁਣ ਤਾਂ ਪਾਣੀ ਆ ਗਿਆ, ਪਾਣੀ ਉਦੋਂ ਘੱਟ ਸੀ। ਕਲਰੀ ਜ਼ਮੀਨ, ਕਪੂਰਥਲਾ ਸਾਰਾ ਕਲਰ ਵਾਲਾ ਝੋਨਾ ਹੁੰਦਾ ਸੀ ਜ਼ਮੀਨ, ਤੇ ਥੋੜ੍ਹਾ ਜਿਹਾ ਸਾਨੂੰ ਪਤਾ ਨਾ ਵੀ ਇਹਦੀ ਕੀ ਜ਼ਮੀਨ ਸੀ। ਅਤੇ ਹੁਣ ਜਿਹੜਾ ਹੁਣ ਇਹ ਰਿਚੈਸਟ ਲੋਕ ਹੋ ਗਏ, ਖੁਸ਼ਹਾਲ ਜ਼ਿਆਦਾ ਹੋ ਗਏ ਦੁਆਬਾ। ਔਰ ਦੇਖੋ ਸਾਰਾ USA ਇਹਨਾਂ ਨਾਲ ਭਰਿਆ ਹੋਇਆ, ਸਾਰਾ ਕੈਨੇਡਾ ਇਹਨਾਂ ਨਾਲ ਹੈ ਨਾ, ਰਸ਼ੀਆ 'ਚ ਬੈਠੇ, ਇਟਲੀ 'ਚ ਤੁਸੀਂ ਗੱਲ ਨਾ ਲਿਆ, ਉੱਥੇ ਬੈਠੇ। ਔਰ ਸਾਰਾ ਆਹ ਜਿਹੜਾ ਨੂਰ ਮਹਿਲ ਦਾ ਏਰੀਆ ਤੁਸੀਂ ਦੇਖੋ, ਤਕਰੀਬਨ ਉੱਥੇ ਸਾਰੇ ਮਹੱਲੇ ਉੱਥੇ ਬੈਠੇ, ਕਿਉਂਕਿ ਇਹਨਾਂ ਕੋਲ ਕੰਮ ਜ਼ਿਆਦਾ ਸੀ, ਆਰਟ ਜ਼ਿਆਦਾ ਸੀ। ਸਕਾਟਲੈਂਡ ਬਹੁਤ ਗਏ ਆਪਣੇ ਲੋਕ, ਆਸਟ੍ਰੇਲੀਆ ਬਹੁਤ, ਸਵਿਟਜ਼ਰਲੈਂਡ ਬਹੁਤ ਨੇ। ਪਹਿਲਾਂ ਵਲਾਇਤ ਨੂੰ ਆਉਂਦੇ ਸੀ, ਬਰਤਾਨੀਆ ਵਲਾਇਤ ਚ ਸਾਡਾ ਮੁੰਡਾ ਵਲਾਇਤ ਰਿਹਾ। ਅੱਗੇ ਬੜਾ ਚਾਹ ਹੁੰਦਾ ਸੀ ਹੈ ਨਾ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਮਤਲਬ
ਕਹਿਣਾ ਲੈ ਵੀ ਫਲਾਨਾ ਬਲੈਤ ਤੋਂ ਕਮੀਜ਼ ਲੈ ਕੇ ਆਇਆ, ਇਹੀ ਬੜੀ ਵੱਡੀ ਗੱਲ ਹੋਣੀ, ਉਹਨਾਂ ਦਾ ਬਲੈਤੀਆ ਆ ਸਹੀ ਹਨਾ। ਗੱਲ। ਮੈਨੂੰ ਚੇਤਾ ਆ ਮਤਲਬ ਕਿ ਨਿੱਕੇ ਅਸੀਂ ਸੁਣਨਾ ਜਦ ਆਪਣੇ ਟੱਬਰਾਂ 'ਚ ਵੀ ਦੇਖਣਾ, ਸਾਡੇ ਟੱਬਰ 'ਚੋਂ ਵੀ ਜੇ ਉਹਦੇ ਇਦਾਂ ਦੇ ਡਿਜ਼ਾਈਨ ਵੀ ਨਾ ਇੱਥੇ ਹੈਗੇ, ਜਦੋਂ ਕਿ ਬਾਹਰ ਦੀ ਕੰਟਰੀ ਚ ਲੋਕ ਹੁਣ ਤਾਂ ਦੇਖੋ ਕਿੱਡੇ ਵੱਡੇ ਲੈਵਲ ਦੀ ਗਲੋਬਲਾਈਜੇਸ਼ਨ ਹੋ ਗਈ, ਜਿੱਥੇ ਮਰਜ਼ੀ ਬੈਠੇ ਜਿਹੜਾ ਮਰਜ਼ੀ ਬ੍ਰਾਂਡ ਆਰਡਰ ਕਰੋ, ਹੁਣ ਤਾਂ ਘਰੇ ਆ ਜਾਂਦੇ, ਗੱਲਾਂ ਹੀ ਨਹੀਂ ਰਹੀਆਂ। ਹੁਣ ਤੇ ਪੈਸੇ ਦੀ ਦੌੜ ਵੱਧ ਗਈ ਨਾ, ਬਿਲਕੁਲ ਲੋਕਾਂ ਕੋਲ ਪੈਸਾ ਆ ਗਿਆ, ਡਿਜ਼ਾਈਨ ਬਣ ਗਏ ਔਰ ਉਹਦੇ ਨਾਲ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਡੇ ਕੋਲ ਪਹੁੰਚ ਗਈਆਂ, ਘਰੋਂ ਘਰ ਪਹੁੰਚ ਜਾਂਦੀਆਂ। ਔਰ ਇਹਦੇ ਨਾਲ ਇਹ ਲੱਗੀ ਹੈ ਦੌੜ ਪੈਸੇ ਦੀ। ਪੈਸਾ ਜਿਹਦੇ ਕੋਲ ਹੈਗਾ ਇਸ ਵੇਲੇ, ਉਹ ਰਾਈਸ ਆ, ਉਹਦੇ ਕੋਲ ਸਾਰਾ ਕੁਝ ਹੈਗਾ, ਉਹਦੇ ਕੋਲ ਸਰਕਾਰ ਵੀ ਉਹਦੀ ਆਪਣੀ, ਫਿਰ ਉਹਦੇ ਕੋਲ ਸਾਰਾ ਉਹਦੇ ਕੋਲ। ਬਿਲਕੁਲ ਸਹੀ ਗੱਲ ਆ। ਗਰੀਬ ਤਰਸਦਾ ਆ ਸਾਡੇ ਕੰਮਾਂ ਦੇ ਲਈ ਕਿਹੜੀ ਸਰਕਾਰ ਆਊਗੀ, ਜਿਹਦੇ ਕੋਲ ਪੈਸਾ, ਜਿਹਦੀ ਚੱਲਦੀ, ਉਹਦੀ ਬਲਾ ਨੂੰ ਜਿਹੜੀ ਮਰਜ਼ੀ ਸਰਕਾਰ ਆਈ ਜਾਵੇ ਉਹਦੀ ਤਾਂ ਚੱਲਣੀ ਆ ਹਨਾ। ਸੋ ਵਿਰਾਸਤੀ ਵਿਹੜਾ ਪ੍ਰੋਗਰਾਮ 'ਚ ਆਪਾਂ ਹੁਣ ਗੱਲਾਂ ਬਾਤਾਂ ਨੂੰ ਬੜੀਆਂ ਰੌਚਕ ਗੱਲਾਂ ਹੋਈਆਂ। ਬਰਨ ਕੌਰ ਜੀ ਬੜਾ ਕੁਝ ਅੱਛਾ, ਜਿਹੜਾ ਸਾਡੇ ਦਰਸ਼ਕ ਉਹਨਾਂ ਨੂੰ ਪਤਾ ਲੱਗਾ। ਅਸੀਂ ਬਾਹਰ ਦੀਆਂ ਵੀ ਗੱਲਾਂ ਕੀਤੀਆਂ ਤੇ ਪੰਜਾਬ ਦੇ ਲੋਕਾਂ ਦੀਆਂ ਵੀ ਗੱਲਾਂ ਕੀਤੀਆਂ, ਬੋੜਾਂ ਤੇ ਪਿੱਪਲਾਂ ਦੀਆਂ ਵੀ ਗੱਲਾਂ ਕੀਤੀਆਂ, ਗਲੀਆਂ ਤੇ ਗਵਾਂਢ ਦੀ ਵੀ ਕੀਤੀ, ਸਾਰੀਆਂ ਬਿਲਕੁਲ ਗੱਲਾਂ ਕੀਤੀਆਂ ਗਲੀਆਂ ਤੇ ਗਵਾਂਢ ਦੀਆਂ। ਔਰ ਸ਼ਾਇਦ ਸੱਥਾਂ ਦੇ ਵਿੱਚ ਚੁਗਲੀਆਂ ਵੀ ਹੁੰਦੀਆਂ ਹੋਣਗੀਆਂ। ਗੱਲ ਵੀ ਉੱਥੋਂ ਸ਼ੁਰੂ ਕੀਤੀ, ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਇਸੇ ਕਰਕੇ। ਗਲੀਆਂ ਤੋਂ ਸ਼ੁਰੂ ਸਮਾਪਤ ਵੀ ਇੱਥੇ ਕਰ ਰਹੇ ਹਾਂ ਨਾ। ਹਾਂਜੀ ਬਿਲਕੁਲ, ਗਲੀਆਂ ਤੋਂ ਸ਼ੁਰੂ ਕਰਕੇ ਗਲੀਆਂ ਤੇ ਪ੍ਰੋਗਰਾਮ ਅਸੀਂ ਸਮਾਪਤ ਕਰ ਰਹੇ ਹਾਂ। ਔਰ ਮੈਨੂੰ ਲੱਗਦਾ ਕਿ ਬਸ ਇੱਕ ਸੋਫਾ ਹੀ ਲੱਗੇ ਆ, ਸਾਡਾ ਜਿਹੜਾ ਵਿਹੜਾ ਆ ਪਿੱਛੋਂ ਔਰ ਨੀਚੋਂ ਵੀ ਦੇਖ ਲਓ ਕੱਚਾ ਆ ਨਾ, ਪਿੱਛੇ ਵੀ ਐਨ ਜਿਹੜੀ ਸਾਡੀ ਬੈਕਗ੍ਰਾਉਂਡ ਆ ਉਹ ਵੀ ਪੁਰਾਣਾ ਬੈਕਗ੍ਰਾਉਂਡ ਹੈ, ਵਿਰਾਸਤ ਸਾਡੀ ਹੈ। ਹਾਂ ਪ੍ਰੋਪਰ ਵਿਰਾਸਤੀ ਆ। ਸੋ ਵਿਰਾਸਤੀ ਪੈਣਾ ਪ੍ਰੋਗਰਾਮ ਦੇ ਵਿੱਚ ਰੱਜ ਕੇ ਅੱਜ ਅਸੀਂ ਵੀ ਸਾਥ ਵਾਲੀ ਫੀਲਿੰਗ ਜਿਹੜੀ ਆ ਉਹ ਲਈ ਆ। ਹੁਣ ਆਪਾਂ ਲੈ ਲੈਂਦੇ ਆ ਨਾ, ਫਿਰ ਮਿਲਾਂਗੇ ਇਹਨਾਂ ਨੂੰ ਤੇ ਹੁਣ ਸਤਿ ਸ੍ਰੀ ਅਕਾਲ ਬੋਲਦੇ ਹਾਂ। ਸਤਿ ਸ੍ਰੀ ਅਕਾਲ ਜੀ।